ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਵਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨੋ ਜਿੰਦ। ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨੋ ਜਿੰਦ। ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ। ਕੀਮਤ ਕਹਿ ਨ ਜਾਈਐ ਪਰਮੇਸ਼ਰ ਬੇਅੰਤ। ਕੀਮਤ ਕਹਿ ਨ ਜਾਈਐ ਪਰਮੇਸ਼ਰ ਬੇਅੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੀ ਸਿਰਤਾਜ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 137 ਉੱਪਰ ਸੁਭਾਏਮਾਨ ਕੱਲ੍ਹ ਆਪਾਂ ਸ਼ਬਦ ਸਰਵਣ ਕਰ ਰਹੇ ਸੀ। ਦਿਨ ਰੈਣ ਭਾਵ ਸਿੱਖਾਂ ਨੇ ਪੁੱਛਿਆ ਮਹਾਰਾਜ ਸਿੱਖ ਨੂੰ ਦਿਨ ਰਾਤ ਕਿਵੇਂ ਬਤੀਤ ਕਰਨਾ ਚਾਹੀਦਾ। ਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖ ਨੂੰ ਦਿਨ ਰਾਤ ਜਿਹੜਾ ਹੈ ਪਰਮੇਸ਼ਰ ਦਾ ਸਿਮਰਨ ਕਰਕੇ ਹੀ ਬਤੀਤ ਕਰਨਾ ਚਾਹੀਦਾ। ਜਿਨ੍ਹਾਂ ਨੂੰ ਦਿਨ ਰਾਤ ਹਰ ਵੇਲੇ ਪਰਮੇਸ਼ਰ ਵਿਸਰਦਾ ਨਹੀਂ, ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਦਿਨ ਰੈਣ ਜੇ ਪ੍ਰਭ ਕੋ ਸੇਮਦੇ ਤਿਨ ਕੈ ਸਦ ਬਲਿਹਾਰ। ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਅੱਗੇ ਹੋਰ ਮਹਿਮਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹ ਹਮੇਸ਼ਾ ਪਰਮੇਸ਼ਰ ਨੂੰ ਸਿਮਰਦੇ ਹਨ, ਪਰਮੇਸ਼ਰ ਦੇ ਨਾਲ ਜੁੜਦੇ ਹਨ। ਜਿਹੜਾ ਸਾਰਿਆਂ 'ਤੇ ਬਖਸ਼ਾਂ ਕਰਨ ਵਾਲਾ ਹੈ। ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਭਨਾ ਦਾ ਬਖਸ਼ਿੰਦ ਹੈ, ਸਾਰਿਆਂ 'ਤੇ ਬਖਸ਼ਾਂ ਕਰਨ ਵਾਲਾ ਹੈ, ਸਾਰਿਆਂ ਨੂੰ ਔਗਣਾਂ ਤੋਂ ਬਖਸ਼ ਕੇ ਆਪਣੇ ਨਾਲ ਮਿਲਾਉਣ ਵਾਲਾ ਉਹ ਪਰਮੇਸ਼ਰ ਹੈ। ਜਿਹੜਾ ਪਰਿਪੂਰਨ ਪਰਮਾਤਮਾ ਉਸ ਨੂੰ ਪਰਮੇਸ਼ਰ ਦੇ ਪਿਆਰੇ ਸ਼ਾਂਤ ਚਿੱਤ ਆਤਮਾ ਵਾਲੇ ਮਹਾਤਮਾ ਜਿਨ੍ਹਾਂ ਦੀ ਡੈਫੀਨੇਸ਼ਨ, ਜਿਨ੍ਹਾਂ ਦੀ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਬਚਨਾਂ ਦੇ ਵਿੱਚ ਬਿਆਨ ਕਰਦੇ ਹਨ ਕਿ ਉਹ ਕਿਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਸੰਤ ਕਹਿੰਦੇ ਹਨ। ਤਾਂ ਪਾਤਸ਼ਾਹ ਕਹਿੰਦੇ ਉਹਨਾਂ ਦੇ ਲੱਛਣ, ਉਹਨਾਂ ਦਾ ਸੁਭਾਅ ਹੁੰਦਾ ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਧੰਨ ਹਨ ਜਿਹੜੇ ਹਮੇਸ਼ਾ ਪਰਮੇਸ਼ਰ ਨੂੰ ਯਾਦ ਕਰਦੇ ਹਨ, ਉਹੋ ਹੀ ਪੂਰਨ ਸੰਤ ਹਨ। ਅਤੇ ਇੱਥੇ ਵੀ ਇਹੀ ਗੱਲ ਕਰਦੇ ਆ ਸਤਿਗੁਰੂ, ਜਿਨ੍ਹਾਂ ਨੂੰ ਹਮੇਸ਼ਾ ਪਰਮੇਸ਼ਰ ਚਿੱਤ ਆਉਂਦਾ ਹੈ, ਉਹਨਾਂ ਨੂੰ ਸੰਤ ਕਹਿੰਦੇ ਹਨ। ਅਤੇ ਜਿਹੜੇ ਹਮੇਸ਼ਾ ਉਹਨੂੰ ਯਾਦ ਕਰਦੇ ਹਨ, ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਸੰਤ ਆਰਾਧਨ ਸਦ ਸਦਾ, ਸਭਨਾ ਕਾ ਬਖਸ਼ਿੰਦ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਾਰਿਆਂ ਦਾ ਬਖਸ਼ਿਸ਼ਾਂ ਕਰਨ ਵਾਲਾ, ਬਖਸ਼ ਲੈਣ ਵਾਲਾ, ਮਾਫ ਕਰ ਦੇਣ ਵਾਲਾ, ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਗਲੇ ਲਾਉਣ ਵਾਲਾ ਪਰਮਾਤਮਾ। ਜੀਓ ਪਿੰਡ ਜਿਨ ਸਾਜਿਆ, ਜਿਸ ਨੇ ਸਾਡੇ ਸਰੀਰ ਨੂੰ ਰਚਨਾ ਕੀਤਾ ਮਾਤਾ ਦੇ ਉਦਰ ਵਿਖੇ, ਜਿਸ ਨੇ ਮਾਤਾ ਦੇ ਉਦਰ ਵਿਖੇ ਸਾਡੇ ਸਰੀਰ ਦੀ ਬਣਤਰ ਤਿਆਰ ਕੀਤੀ, ਇਹ ਚੋਲਾ ਤਿਆਰ ਕੀਤਾ ਔਰ ਇਹਦੇ ਵਿੱਚ ਜੀਵ ਆਤਮਾ ਨੂੰ ਬਿਠਾਉਣਾ ਕੀਤਾ। ਜੀਵ ਨੂੰ ਸਾਜਿਆ ਆਪਣੇ ਵਿੱਚੋਂ ਅਤੇ ਕੁਦਰਤ ਵਿੱਚੋਂ ਸਰੀਰ ਨੂੰ ਬਣਾਇਆ, ਅਤੇ ਸਾਡੇ ਸਰੀਰਾਂ ਨੂੰ ਬਣਾ ਕਰਕੇ ਆਪਣੀ ਅੰਸ਼ ਆਤਮਾ ਨੂੰ ਇਹਦੇ ਵਿੱਚ ਰੱਖਣਾ ਕੀਤਾ। ਜੀਓ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀ ਅਨਜਿੰਦ, ਔਰ ਇਹਦੇ ਵਿੱਚ ਪ੍ਰਾਣ ਪਾਏ। ਇੱਕ ਸੁੰਦਰ ਸਰੀਰ ਬਣਾ ਕਰਕੇ ਇਹਦੇ ਅੰਦਰ ਹਰ ਤਰ੍ਹਾਂ ਦੀ ਪਾਤਸ਼ਾਹ ਜੀ ਨੇ ਹਲਚਲ ਕੀਤੀ, ਫਿਟਿੰਗ ਕੀਤੀ, ਇਹਨੂੰ ਚਲਾਉਣਾ ਕੀਤਾ। ਇਹਦੇ ਵਿੱਚ ਆਪਣੀ ਅੰਸ਼ ਆਤਮਾ ਨੂੰ ਰੱਖਿਆ, ਪ੍ਰਾਣ ਪਾਏ। ਜੀਓ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀ ਅਨਜਿੰਦ। ਸਿੱਖੋ, ਐਸੇ ਪਰਮੇਸ਼ਰ ਨੂੰ ਆਰਾਧਨਾ ਚਾਹੀਦਾ। ਤਾਂ ਸਿੱਖਾਂ ਨੇ ਪੁੱਛਿਆ ਜੀ ਫਿਰ ਕਿਵੇਂ ਆਰਾਧੀਏ, ਕਿਵੇਂ ਸਿਮਰੀਏ, ਦੱਸਣਾ ਕਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰ ਸ਼ਬਦੀ ਆਰਾਧੀਏ। ਗੁਰੂ ਨੂੰ ਪੁੱਛ ਕੇ, ਭਾਵ ਗੁਰੂ ਵਾਲੇ ਬਣ ਕੇ ਉਸ ਪਰਮੇਸ਼ਰ ਨੂੰ ਹਮੇਸ਼ਾ ਯਾਦ ਕਰੀਏ, ਆਰਾਧਨਾ ਕਰੀਏ। ਗੁਰ ਸ਼ਬਦੀ ਆਰਾਧੀਏ, ਜਪੀਏ ਨਿਰਮਲ ਮੰਤ। ਗੁਰੂ ਦੇ ਪਵਿੱਤਰ ਮੰਤਰ ਨੂੰ ਲੈ ਕਰਕੇ ਉਸ ਨੂੰ ਜਪਨਾ ਕਰੋ, ਆਰਾਧਨਾ ਕਰੋ, ਸਿਮਰਨਾ ਕਰੋ। ਉਹ ਪਰਮੇਸ਼ਰ ਕੈਸਾ ਹੈ, ਕਿਵੇਂ ਮਿਲਦਾ ਹੈ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਕੋਈ ਅੰਤ ਨਹੀਂ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਕਿਵੇਂ ਮਿਲਦਾ ਹੈ? ਕੀਮਤ ਕਹਿ ਨ ਜਾਈਐ, ਪਰਮੇਸ਼ਰ ਬੇਅੰਤ। ਉਹ ਬੜਾ ਬੇਅੰਤ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਭਾਵ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਦੋਂ ਕਿਸੇ ਚੀਜ਼ ਦੀ ਕੀਮਤ ਪੈ ਜਾਵੇ ਤਾਂ ਉਹਦਾ ਅੰਤ ਪੈ ਜਾਂਦਾ, ਬਈ ਇੰਨੀ ਕੁ ਹੈ ਬਸ। ਪਰ ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਪਾਇਆ, ਉਹ ਬੜਾ ਬੇਅੰਤ ਹੈ, ਕਿਉਂਕਿ ਉਹਦੀ ਕੋਈ ਕੀਮਤ ਨਹੀਂ ਪਾ ਸਕਿਆ ਹਾਲੇ ਤੱਕ। ਅਤੇ ਜਿਸ ਦੀ ਕੀਮਤ ਨਾ ਪਾਈ ਜਾਵੇ ਉਹਦੇ ਅੰਤ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਿ ਉਹ ਕਿੱਡਾ ਕੁ ਹੈ। ਤਾਂ ਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਿੱਖੋ, ਐਸੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਜਿਸ ਦਾ ਅੰਤ ਨਹੀਂ ਹੈ। ਸਾਰੇ ਸੁਣ ਸੁਣ ਕੇ ਹੀ ਉਹਦੀ ਸਿਫਤ ਕਰ ਰਹੇ ਆ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਉਹ ਕਿੱਡਾ ਕੁ ਵੱਡਾ ਹੈ, ਅਸੀਂ ਸੁਣਿਆ ਸੁਣਾਇਆ ਹੀ ਅੱਗੇ ਸੁਣਾ ਰਹੇ ਹਾਂ।
ਪਰ ਜਿਨ੍ਹਾਂ ਨੇ ਵੇਖਿਆ ਹੈ ਅਸਲ ਵਿੱਚ ਉਹਨਾਂ ਨੂੰ ਪਤਾ ਕਿ ਉਹ ਕਿੱਡਾ ਕੁ ਹੈ। ਅਤੇ ਉਹਨਾਂ ਨੇ ਉਸ ਨੂੰ ਵਿਰਾਟ ਵੀ ਕਹਿ ਦਿੱਤਾ, ਉਹਨਾਂ ਨੇ ਉਸ ਨੂੰ ਪਰਮਾਣੂ ਭਾਵ ਨਿੱਕਾ ਜਿਹਾ ਕਣ ਵੀ ਕਹਿ ਦਿੱਤਾ। ਉਹ ਛੋਟੇ ਤੋਂ ਛੋਟਾ ਹੈ ਔਰ ਵੱਡੇ ਤੋਂ ਵੱਡਾ ਹੈ। ਉਹ ਵਿਸ਼ਾਲ ਵੀ ਹੈ, ਸਾਰੀ ਸ੍ਰਿਸ਼ਟੀ ਵਿੱਚ ਉਹ ਸਮਾਇਆ ਹੋਇਆ ਵੀ ਉਹ ਹੈ, ਔਰ ਛੋਟੇ ਤੋਂ ਛੋਟੇ ਜੀਵ ਕੀੜੀ ਦੇ ਵਿੱਚ ਵੀ ਉਹਦਾ ਵਾਸਾ ਹੈ, ਹਾਥੀ ਵਿੱਚ ਵੀ ਉਹ ਵਸਦਾ, ਭਾਵ ਸਾਰੀ ਸ੍ਰਿਸ਼ਟੀ ਵਿੱਚ ਉਹਦਾ ਵਾਸਾ ਹੈ। ਉਹ ਵਿਸ਼ਾਲ ਵੀ ਹੈ ਔਰ ਉਹ ਛੋਟਾ ਜਿਹਾ ਵੀ ਹੈ। ਜੈਸਾ ਚਾਹੇ ਵੈਸਾ ਬਣ ਜਾਂਦਾ, ਇਹ ਪਾਵਰ ਉਹ ਆਪ ਰੱਖਦਾ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਕ ਵਾਰ ਪਟਨਾ ਸਾਹਿਬ ਦੇ ਵਿੱਚੋਂ ਲੰਘਦੇ ਹੋਏ ਇੱਕ ਸੇਠ ਦੇ ਘਰ ਕੋਲ ਰੁਕੇ, ਜਿਸ ਦਾ ਨਾਮ ਜਗਤ ਮਲ ਹੈ। ਬਹੁਤ ਭਜਨ ਬੰਦਗੀ ਵਾਲਾ ਮਨੁੱਖ ਸੀ ਉਹ। ਸਤਿਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਸਿੱਖੋ ਇਹਦਾ ਬਾਰ ਖਲਾਓ। ਉਹਨੇ ਅੰਦਰੋਂ ਬਾਰ ਬੰਦ ਕੀਤਾ ਹੋਇਆ ਸੀ। ਜਦ ਸਿੱਖਾਂ ਨੇ ਬਾਰ ਖੜਕਾਇਆ ਤਾਂ ਉਹਨੇ ਬਾਰ ਨਾ ਖੋਲ੍ਹਿਆ। ਅੰਦਰੋਂ ਆਵਾਜ਼ ਆਈ, ਬਾਰ ਨਹੀਂ ਖੋਲ੍ਹਣਾ। ਪੁੱਛਿਆ ਕਿਉਂ? ਕਿਉਂਕਿ ਵੱਡੀ ਉਮਰ ਕਰਕੇ ਜਿਹੜੇ ਆਂਢ ਗੁਆਂਢ ਦੇ ਛੋਟੇ ਬੱਚੇ ਸਨ ਉਹ ਡਿਸਟਰਬ ਕਰਦੇ ਸੀ ਉਸ ਨੂੰ। ਇਕੱਲਾ ਸੀ ਘਰ ਦੇ ਵਿੱਚ, ਬਜ਼ੁਰਗ ਸੀ, ਔਰ ਬੱਚੇ ਤੰਗ ਕਰਦੇ ਸਨ, ਸ਼ਰਾਰਤਾਂ ਕਰਦੇ ਸਨ। ਉਹ ਦੁਖੀ ਹੁੰਦਾ ਸੀ, ਇਸ ਕਰਕੇ ਉਹਨੇ ਬਾਰ ਬੰਦ ਕੀਤਾ ਹੋਇਆ ਸੀ ਅੰਦਰੋਂ। ਸਿੱਖਾਂ ਨੇ ਬੜਾ ਖੜਕਾਇਆ, ਬਾਹਰ ਖੋਲ੍ਹ ਬਈ, ਤੈਨੂੰ ਗੁਰੂ ਸਾਹਿਬ ਮਿਲਣ ਆਏ ਆ। ਉਹਨੇ ਕਹਿੰਦੇ ਬਾਹਰ ਨਾ ਖੋਲ੍ਹਿਆ। ਜੋ ਸਿੱਖਾਂ ਨੇ ਤੀਜੀ ਚੌਥੀ ਵਾਰ ਫਿਰ ਕਿਹਾ, ਯਾਰ ਗੁਰੂ ਸਾਹਿਬ ਮਿਲਣਾ ਚਾਹੁੰਦੇ ਆ ਤੈਨੂੰ, ਤੂੰ ਬਾਹਰ ਖੋਲ੍ਹ। ਕਹਿੰਦਾ ਗੁਰੂ ਸਾਹਿਬ ਹੈਗੇ ਤਾਂ ਆਪੇ ਆ ਜਾਣਗੇ, ਮੈਂ ਬਾਹਰ ਨਹੀਂ ਖੋਲ੍ਹਣਾ। ਤਾਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ, ਸਿੱਖੋ ਹੋਰ ਕਿਸੇ ਪਾਸੇ ਦੇਖੋ, ਕੋਈ ਛੋਟੀ ਬਾਰੀ, ਕੋਈ ਹੋਰ ਸਥਾਨ ਦੇਖੋ ਟੱਪਣ ਨੂੰ। ਕਹਿੰਦੇ ਸਿੱਖਾਂ ਨੇ ਦੇਖਿਆ, ਉਹਦੇ ਘਰ ਦੇ ਮਗਰਲੇ ਪਾਸੇ ਇੱਕ ਛੋਟੀ ਜਿਹੀ ਬਾਰੀ ਸੀ, ਜਿਵੇਂ ਹਵਾ ਨੂੰ ਬਾਰੀ ਰੱਖੀ ਹੁੰਦੀ ਹੈ ਜਾਂ ਰੋਸ਼ਨਦਾਨ ਰੱਖੇ ਹੁੰਦੇ ਆ। ਸਿੱਖਾਂ ਨੇ ਕਿਹਾ, ਜੀ ਮਗਰ ਇੱਕ ਛੋਟੀ ਜਿਹੀ ਬਾਰੀ ਹੈ, ਪਰ ਉੱਥੋਂ ਦੀ ਕਿਵੇਂ ਲੰਘੋਗੇ? ਅਤੇ ਕਹਿੰਦੇ ਸਤਿਗੁਰੂ ਤੇਗ ਬਹਾਦਰ ਜੀ ਘੋੜੇ ਸਮੇਤ ਉਹ ਬਾਰੀ ਕੋਲ ਗਏ ਔਰ ਆਪਣੇ ਆਪ ਨੂੰ ਛੋਟਾ ਜਿਹਾ ਕਰਕੇ, ਉਸ ਬਾਰੀ ਤੋਂ ਵੀ ਛੋਟਾ ਕਰਕੇ ਉਹਦੇ ਵਿੱਚੋਂ ਲੰਘ ਗਏ ਅਤੇ ਅੰਦਰ ਜਾ ਕੇ ਫਿਰ ਪੂਰਨ ਸਰੂਪ 'ਚ ਹੋ ਗਏ। ਔਰ ਜਗਤਮਲ ਨੂੰ ਪੁੱਛਿਆ ਵੀ ਬਾਹਰ ਕਿਉਂ ਨਹੀਂ ਖੋਲ੍ਹਦਾ? ਕਹਿੰਦਾ ਬੱਚੇ ਤੰਗ ਕਰਦੇ ਆ ਮੈਨੂੰ, ਮੇਰੀ ਉਮਰ ਵੱਡੀ ਹੋ ਗਈ, ਮੇਰਾ ਸਰੀਰ ਛਡਾ ਦਿਓ ਹੁਣ, ਮੈਥੋਂ ਰਿਹਾ ਨਹੀਂ ਜਾਂਦਾ। ਮੈਥੋਂ ਤਾਂ ਸਰੀਰ ਦਾ ਕਿਰਿਆ ਕਰਮ ਵੀ ਨਹੀਂ ਹੁੰਦਾ, ਨਹਾਤਾ ਧੋਤਾ ਵੀ ਨਹੀਂ ਜਾਂਦਾ ਗਾ, ਬਾਹਰ ਅੰਦਰ ਵੀ ਨਹੀਂ ਜਾਇਆ ਜਾਂਦਾ। ਨੇੜੇ ਦਰਿਆ ਗੰਗਾ ਵਗਦਾ, ਉੱਥੇ ਜਾ ਕੇ ਇਸ਼ਨਾਨ ਵੀ ਨਹੀਂ ਕਰ ਸਕਦਾ ਮੈਂ ਤਾਂ ਹੁਣ। ਗੁਰੂ ਤੇਗ ਬਹਾਦਰ ਜੀ ਕਹਿੰਦੇ ਕੋਈ ਨਹੀਂ, ਗੰਗਾ ਇੱਥੇ ਆ ਜਾਇਆ ਕਰੂਗੀ ਤੇਰੇ ਕੋਲ। ਉਹ ਕਹਿੰਦਾ ਮਹਾਰਾਜ ਗੰਗਾ ਦਰਿਆ ਜੇ ਮੇਰੇ ਘਰ ਤੱਕ ਆਊਗਾ, ਰਸਤੇ ਵਿੱਚ ਕਿੰਨੇ ਘਰ ਡੁੱਬ ਜਾਣਗੇ। ਨਹੀਂ ਨਹੀਂ ਰਹਿਣ ਦਿਓ, ਮੇਰਾ ਉਧਾਰ ਹੀ ਕਰ ਦਿਓ ਹੁਣ। ਪਾਤਸ਼ਾਹ ਕਹਿਣ ਲੱਗੇ ਤੇਰਾ ਹਜੇ ਸਮਾਂ ਬਾਕੀ ਹੈ ਸਿੱਖਾ, ਗੰਗਾ ਤੇਰੇ ਕੋਲੇ ਗਊ ਦੇ ਰੂਪ 'ਚ ਆਵੇਗੀ ਔਰ ਤੂੰ ਆ ਚਬੱਚੇ ਵਿੱਚ ਬਹਿ ਜਿਆ ਕਰ, ਤੇਰੇ ਉੱਤੇ ਪ੍ਰੈਸ਼ਰ ਮਾਰ ਕੇ ਪਾਣੀ ਦਾ ਇਸ਼ਨਾਨ ਕਰਾ ਦਿਆ ਕਰੂਗੀ। ਕਾਫੀ ਸਮਾਂ ਕਹਿੰਦੇ ਇਸ ਤਰ੍ਹਾਂ ਇਸ਼ਨਾਨ ਕਰਦਾ ਰਿਹਾ ਉਹ। ਅਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਵਾਪਸ ਆਉਣਾ ਕੀਤਾ ਪੰਜਾਬ ਦੇ ਵੱਲ, ਉਸ ਤੋਂ ਬਾਅਦ 10ਵੇਂ ਪਾਤਸ਼ਾਹ ਜੀ 5 ਸਾਲ ਦੇ ਹੋ ਕੇ ਵਾਪਸ ਚੱਲੇ ਉੱਥੋਂ। ਤਾਂ ਉਹ ਜਗਤਮਲ ਸੇਠ ਨੇ 10ਵੇਂ ਪਾਤਸ਼ਾਹ ਜੀ ਨੂੰ ਕਿਹਾ, ਬੇਨਤੀ ਕੀਤੀ, ਮਹਾਰਾਜ ਮੇਰਾ ਸਰੀਰ ਤਾਂ ਛੁੱਟਣ ਵਾਲਾ ਹੈ, ਪਰ ਮੇਰੇ ਹਰ ਸ਼ਹਿਰ ਦੇ ਵਿੱਚ ਵੱਡੀਆਂ ਦੁਕਾਨਾਂ ਹਨ, ਮੇਰੇ ਬੰਦੇ ਹਨ, ਜਿੱਥੇ ਵੀ ਤੁਸੀਂ ਜਾਓਗੇ ਉੱਥੇ ਤੁਹਾਡੀ ਸੇਵਾ ਮੇਰੇ ਬੰਦੇ ਕਰਨਗੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ 5 ਸਾਲ ਦੀ ਉਮਰ 'ਚ ਚੱਲੇ, ਰਬੀਹੀਰ ਉੱਥੋਂ ਚੱਲਿਆ
ਫਿਰ ਜਿੱਥੇ ਜਿੱਥੇ ਵੀ ਰੁਕੇ ਕਹਿੰਦੇ ਜਗਤਮਲ ਸੇਠ ਨੇ ਸੁਨੇਹੇ ਭੇਜਤੇ ਬਈ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਪਟਨਾ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ, ਉਹਨਾਂ ਦੇ ਮਹਿਲ, ਉਹਨਾਂ ਦੀ ਮਾਤਾ ਅਤੇ ਸਾਰਾ ਪਰਿਵਾਰ ਆ ਰਿਹਾ। ਇਹਨਾਂ ਦੀ ਤੁਸੀਂ ਜਿੱਥੇ ਵੀ ਰੁਕਣ ਆਪਣੇ ਸ਼ਹਿਰ ਦੇ ਵਿੱਚ ਉੱਥੇ ਸੇਵਾ ਕਰਨੀ ਹੈ। ਤਾਂ ਮੈਂ ਕਹਿ ਰਿਹਾ ਸੀ ਕਿ ਗੁਰੂ ਜਿਹੜਾ ਜਾਂ ਪ੍ਰੀਤਮ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਉਹ ਛੋਟੇ ਤੋਂ ਛੋਟਾ ਹੈ, ਵੱਡੇ ਤੋਂ ਵੱਡਾ ਵੀ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਹੋ ਕੇ ਵੀ ਅਨੇਕਾਂ ਹੈ, ਅਨੇਕਾਂ ਹੋ ਕੇ ਵੀ ਇੱਕ ਹੈ। ਇਸ ਕਰਕੇ ਉਹਦਾ ਅੰਤ ਨਹੀਂ ਪਾਇਆ ਜਾਂਦਾ, ਬਸ ਉਹਨੂੰ ਸਿਮਰਨਾ ਚਾਹੀਏ। ਕੀਮਤ ਚੈ ਕਹਿਣ ਨ ਜਾਈਐ, ਪਰਮੇਸ਼ਰ ਬੇਅੰਤ, ਜਿਸ ਮਨ ਬਸੇ ਨਰਾਇਣੋ, ਸੋ ਕਹੀਐ ਭਗਵੰਤ। ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਸ ਗਿਆ, ਉਹ ਵੀ ਰੱਬ ਰੂਪ ਹੋ ਗਏ, ਉਹ ਵੀ ਪਰਮੇਸ਼ਰ ਹੋ ਗਏ। ਹਰਿ ਕਾ ਸੇਵਕ ਸੋ ਹਰਿ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹ ਵੀ ਉਹਦਾ ਰੂਪ ਹੋ ਗਏ। ਫਿਰ ਉਹਨਾਂ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਰਹਿੰਦਾ। ਸੋ ਕਹੀਐ ਭਗਵੰਤ, ਜੀ ਕੀ ਲੋਚਾ ਪੂਰੀਐ, ਮਿਲੈ ਸੁਆਮੀ ਕੰਤ। ਕੰਤ ਮਾਲਕ ਪਤੀ ਪਰਮੇਸ਼ਰ ਪਰਮਾਤਮਾ, ਜਿਨ੍ਹਾਂ ਨੂੰ ਉਹ ਮਿਲ ਗਿਆ, ਉਹਨਾਂ ਦੇ ਜੀ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ। ਜੀ ਕੀ ਲੋਚਾ ਪੂਰੀਐ, ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲਾ, ਜਿਨ੍ਹਾਂ ਨੂੰ ਉਹ ਪਰਮੇਸ਼ਰ ਮਿਲ ਗਿਆ, ਪਰਮਾਤਮਾ ਮਿਲ ਗਿਆ। ਉਹਨਾਂ ਦੀ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ। ਉਹ ਸੁਆਮੀ ਨੂੰ ਮਿਲ ਕੇ, ਕੰਤ ਨੂੰ ਮਿਲ ਕੇ, ਮਾਲਕ ਨੂੰ ਮਿਲ ਕੇ। ਜਿਵੇਂ ਕੋਈ ਇਸਤਰੀ ਦਾ ਪਤੀ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ, ਬਾਹਰ ਮਿਹਨਤਾਂ ਕਰਕੇ, ਦਿਹਾੜੀਆਂ ਕਰਕੇ ਘਰ ਦਾ ਸੌਦਾ ਲੈ ਕੇ ਆਉਂਦਾ, ਉਸੇ ਤਰ੍ਹਾਂ ਹੀ ਪਰਮੇਸ਼ਰ ਬਾਬੇ ਫਰੀਦ ਰਾਹੀਂ ਕਹਿੰਦੇ ਆ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜਿਨ੍ਹਾਂ ਨੂੰ ਉਹ ਮਿਲ ਗਿਆ, ਸਭ ਕੁਝ ਮਿਲ ਗਿਆ। ਨਾਨਕ ਜੀਵੈ ਜਪ ਹਰੀ, ਤਾਂ ਤੇ ਸਿੱਖੋ। ਇਹ ਨਾਨਕ ਗੁਰੂ ਅਰਜਨ ਦੇਵ ਕਹਿੰਦੇ ਆ, ਉਸ ਹਰੀ ਨੂੰ, ਉਸ ਪਰਮੇਸ਼ਰ ਨੂੰ ਸਿਮਰ ਕੇ ਹੀ ਜੀਵਨ ਬਤੀਤ ਕਰਨਾ ਚਾਹੀਦਾ, ਉਹਨੂੰ ਸਿਮਰ ਕੇ ਜਿਉਣਾ ਚਾਹੀਏ। ਨਾਨਕ ਜੀਵੈ ਜਪ ਹਰੀ, ਇਹ ਨਾਨਕ ਵੀ, ਮੈਂ ਵੀ, ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਵੀ ਉਸ ਨੂੰ ਜਪਦਾ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਮੈਂ ਤਾਂ ਜਿਉਂਦਾ ਹਾਂ ਜੇ ਉਹਨੂੰ ਯਾਦ ਕਰਦਾ। ਜਦ ਭੁੱਲ ਜਾਨਾ ਤਾਂ ਮੈਨੂੰ ਇਉਂ ਲੱਗਦਾ ਕਿ ਮੇਰੀ ਮੌਤ ਹੋ ਗਈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਪਾਤਸ਼ਾਹ ਕਹਿੰਦੇ ਇਉਂ ਲੱਗਦਾ ਕਿ ਮੈਂ ਉਸ ਨੂੰ ਜਪ ਕੇ ਹੀ ਜਿਉਂਦਾ ਹਾਂ, ਜੇ ਨਾ ਜਪਾਂ ਤਾਂ ਮਰ ਜਾਵਾਂਗਾ। ਨਾਨਕ ਜੀਵੈ ਜਪ ਹਰੀ, ਦੋਖ ਸਭੇ ਹੀ ਹੰਤ। ਦੋਖ ਹੁੰਦੇ ਆ ਔਗਣ, ਹੰਤ ਹੁੰਦਾ ਖਤਮ ਕਰ ਦੇਣੇ, ਮਾਰ ਦੇਣੇ। ਕਿਉਂਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਮੇਰੇ ਦੁੱਖਾਂ ਨੂੰ, ਮੇਰੇ ਔਗਣਾਂ ਨੂੰ ਖਤਮ ਕਰ ਦਿੰਦਾ, ਮਾਰ ਦਿੰਦਾ ਅਤੇ ਮੇਰੀ ਰੱਖਿਆ ਕਰਦਾ। ਨਾਨਕ ਜੀਵੈ ਜਪ ਹਰੀ, ਦੋਖ ਸਭੈ ਹੀ ਹੰਤ। ਮੈਂ ਉਸ ਹਰੀ ਨੂੰ ਸਿਮਰ ਕੇ ਜਿਉਂਦਾ ਹਾਂ, ਕਿਉਂਕਿ ਉਹ ਮੇਰੇ ਦੁਸ਼ਮਣ ਔਗਣਾਂ ਨੂੰ ਖਤਮ ਕਰ ਦਿੰਦਾ। ਬਸੰਤ ਰੁੱਤ ਆਰੰਭ ਹੋ ਚੁੱਕੀ ਹੈ। ਬਸੰਤ ਦੀ ਵਾਰ ਦੇ ਕੀਰਤਨ ਲਗਭਗ ਹਰ ਥਾਂ 'ਤੇ ਰਾਗੀ ਸਿੰਘ ਹਰ ਕੀਰਤਨ ਵਿੱਚ ਕਰਦੇ ਆ। ਇਸ ਬਸੰਤ ਨੂੰ ਮੁੱਖ ਰੱਖ ਕੇ ਵੀ ਸਤਿਗੁਰੂ ਪਾਤਸ਼ਾਹ ਬਚਨ ਉਚਾਰਦੇ ਹਨ ਕਿ ਦੇਖੋ, ਜਿਵੇਂ ਬਸੰਤ ਦੇ ਆਉਣ ਕਰਕੇ ਰੁੰਡ ਮੁੰਡ ਹੋਏ ਦਰੱਖਤ ਹਰੇ ਹੋ ਰਹੇ ਹਨ, ਦਰੱਖਤਾਂ ਦੇ ਨਵੇਂ ਪੱਤੇ, ਨਵੀਆਂ ਟਾਹਣੀਆਂ ਨਿਕਲ ਰਹੀਆਂ। ਸਿੱਖਾ ਤੂੰ ਕਦੋਂ ਹਰਾ ਹੋਏਗਾ? ਅਗਲਾ ਪੰਗਤੀ ਹੈ, ਦਿਨ ਰੈਣ ਜਿਸ ਨਾ ਵਿਸਰੈ, ਸੋ ਹਰਿਆ ਹੋਵੇ ਜੰਤ।
ਤਾਂ ਇਹ ਜੀਵ ਆਤਮਾ ਸਾਡੀ ਇਹ ਕਿਵੇਂ ਹਰੀ ਹੋ ਸਕਦੀ ਆ? ਬਸੰਤ ਰੁੱਤ ਨੇ ਕੁਦਰਤ ਉੱਤੇ ਇੱਕ ਅਸਰ ਕੀਤਾ। ਜਿਨ੍ਹਾਂ ਦਰਖਤਾਂ ਦੇ ਪੱਤੇ ਸਿਆਲ ਕਰਕੇ ਖਤਮ ਹੋ ਗਏ ਸਨ, ਪੋਹ ਕਰਕੇ, ਇਹ ਬਸੰਤ ਰੁੱਤ ਆਉਣ 'ਤੇ ਉਹਨਾਂ ਦੇ ਨਵੀਆਂ ਫੁਟਾਰਾਂ ਹੋਈਆਂ, ਨਵੇਂ ਪੱਤੇ ਨਿਕਲੇ, ਨਵੀਆਂ ਟਾਹਣੀਆਂ ਫੁੱਟੀਆਂ। ਦਿਨ ਰੈਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ। ਉਹ ਜੀਵ ਹਰਾ ਭਰਾ ਹੋ ਜਾਂਦਾ ਜਿਹੜਾ ਹਮੇਸ਼ਾ ਮਾਲਕ ਨੂੰ ਯਾਦ ਕਰਦਾ। ਤਾਂ ਤੇ ਬਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਅੱਜ ਬਸੰਤ ਰੁੱਤ ਚੱਲ ਰਹੀ ਹੈ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ, ਭਲਿਓ ਆਓ ਉਸ ਪਰਮੇਸ਼ਰ ਨੂੰ ਸਿਮਰਨਾ ਕਰੀਏ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈਐ ਇਹ ਰੁੱਤ ਸੁਹਾਈ। ਕਰਮ ਲਖਨ ਤੇ ਵੱਡੇ ਭਾਗਾਂ ਦੇ ਨਾਲ ਸਾਨੂੰ ਇਹ ਮਨੁੱਖਾ ਜੀਵਨ ਮਿਲੇ ਹੈ। ਜਿਵੇਂ ਜਦੋਂ ਪੋਹ ਤੋਂ ਬਾਅਦ ਇਹ ਬਸੰਤ ਰੁੱਤ ਆਉਂਦੀ ਹੈ, ਭਾਵ ਸਿਆਲ ਖਤਮ ਹੁੰਦਾ, ਗਰਮੀ ਆਈ ਨਹੀਂ, ਤਾਂ ਜਿਹੜਾ ਹੈ ਸਾਰੀ ਦੁਨੀਆ ਖੁਸ਼ ਹੋ ਜਾਂਦੀ ਹੈ। ਜੀਵ ਜੰਤੂਆਂ ਨੂੰ ਰਾਹਤ ਪ੍ਰਾਪਤ ਹੁੰਦੀ ਹੈ। ਜੀਵ ਜੰਤੂ ਗੁਰੂ ਪਿਆਰਿਓ ਠੰਡ ਖਤਮ ਹੋ ਜਾਂਦੀ ਹੈ, ਗਰਮੀ ਆਈ ਨਹੀਂ, ਤਾਂ ਬਸੰਤ ਦੀ ਰੁੱਤ ਜਿਹੜੀ ਹੈ ਸਭ ਨੂੰ ਸੁੱਖ ਦੇਣ ਵਾਲੀ ਹੈ। ਪਰ ਮਨੁੱਖ ਨੂੰ ਸੁੱਖ ਨਹੀਂ ਆਇਆ। ਮਨੁੱਖ ਬਸੰਤ ਵਿੱਚ ਵੀ ਦੁਖੀ ਹੈ। ਜਿਵੇਂ ਕੋਈ ਇਸਤਰੀ, ਹੁਣ ਸਾਵਣ ਦਾ ਮਹੀਨਾ ਤਾਂ ਵਧੀਆ, ਪਰ ਕੋਈ ਇਸਤਰੀ ਸੁਖੀ ਹੈ, ਕੋਈ ਦੁਖੀ ਹੈ, ਸਾਰੀਆਂ ਸੁਖੀ ਨਹੀਂ ਹੈ। ਅਤੇ ਦੁਖੀ ਕੌਣ ਹੈ? ਜਿਹੜੀ ਮਾਲਕ ਤੋਂ ਵਿਛੜੀ ਹੋਈ ਹੈ, ਆਪਣੇ ਪਤੀ ਤੋਂ ਵਿਛੜੀ ਹੋਈ ਹੈ। ਉਹਦੇ ਵਾਸਤੇ ਸਾਵਣ ਦਾ ਮਹੀਨਾ ਜੇਠ ਵਾਂਗੂ ਤਪਾਉਂਦਾ, ਦੁਖੀ ਕਰਦਾ। ਨਾ ਉਹਨੂੰ ਸ਼ਿੰਗਾਰ ਚੰਗੇ ਲੱਗਦੇ ਆ, ਨਾ ਵਸਤਰ ਚੰਗੇ ਲੱਗਦੇ ਆ। ਇਸੇ ਤਰ੍ਹਾਂ ਹੀ ਇਹ ਜੀਵ ਜਦੋਂ ਮਾਲਕ ਤੋਂ ਵਿਛੜ ਜਾਂਦਾ, ਫਿਰ ਇਹਨੂੰ ਸੁੱਖ ਸਹੂਲਤਾਂ ਵੀ ਸੁੱਖ ਨਹੀਂ ਦਿੰਦੀਆਂ, ਉਹ ਵੀ ਭੈੜੀਆਂ ਲੱਗਦੀਆਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਰਸ ਹਨ, ਜਿਹੜੇ ਮਨੁੱਖ ਨੂੰ ਬੜੇ ਚੰਗੇ ਲੱਗਦੇ ਆ, ਪਰ ਜਦ ਪਰਮੇਸ਼ਰ ਨੂੰ ਵਿਸਰਦਾ ਤਾਂ ਬਿਮਾਰ ਪੈ ਜਾਂਦਾ। ਅਤੇ ਬਿਮਾਰ ਪਏ ਨੂੰ ਰੋਟੀ ਵੀ ਕੌੜੀ ਲੱਗਦੀ ਆ, ਜਿਹੜੀ ਰੋਜ਼ ਖਾਂਦਾ। ਜੇ ਬੁਖਾਰ ਚੜ੍ਹ ਜੇ ਭਲਾ ਰੋਟੀ ਕੌੜੀ ਲੱਗਦੀ ਹੈ ਨਾ, ਅੰਦਰ ਬਿਮਾਰੀ ਪੈਦਾ ਹੋ ਗਈ। ਤੋਂ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਇਸ ਕਰਕੇ ਤੇਰੇ ਤੇ ਪਰਮੇਸ਼ਰ ਦੇ ਵਿਚਾਲੇ ਹੁਣ ਕੋਈ ਨਹੀਂ ਖੜ ਸਕਦਾ। ਤੇਰੇ ਤੇ ਦੁੱਖਾਂ ਦੇ ਵਿਚਾਲੇ ਵੀ ਕੋਈ ਨਹੀਂ ਖੜ ਸਕਦਾ। ਹੁਣ ਤੇਰੇ ਦੁੱਖਾਂ ਨੂੰ ਕੋਈ ਨਹੀਂ ਕੱਟ ਸਕਦਾ। ਇਹ ਤੈਨੂੰ ਭੋਗਣੇ ਹੀ ਪੈਣੇ ਆ, ਕਿਉਂਕਿ ਤੇਰੇ ਆਪਣੇ ਹੀ ਪੈਦਾ ਕੀਤੇ ਹੋਏ ਆ, ਤੇਰੀਆਂ ਹੀ ਗਲਤੀਆਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ। ਉਹ ਜੀਵ ਹੀ ਹਰਾ ਭਰਾ ਹੁੰਦਾ ਹੈ ਜਿਹੜਾ ਦਿਨ ਰਾਤ ਨੂੰ ਯਾਦ ਕਰਦਾ। ਵਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਖਨ ਤੇ ਪਾਈਐ ਇਹ ਰੁੱਤ ਸੁਹਾਈ। ਵਣ ਤ੍ਰਿਣ ਤ੍ਰੈ ਭਵਨ ਮੌਲਿਆ, ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ। ਇਹ ਸ੍ਰਿਸ਼ਟੀ ਬਸੰਤ ਨਾਲ ਸੁਖੀ ਹੋ ਗਈ। ਤੋਂ ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਦੇ ਮਿਲ ਕੇ ਸਾਧੂ ਹੁੰਦਾ, ਨਾਮ ਜਪਣ ਵਾਲੀਆਂ ਰੂਹਾਂ। ਜਿਨ੍ਹਾਂ ਨੇ ਸਾਧਨਾ ਕਰਕੇ ਆਪਣੇ ਆਪ ਨੂੰ ਸਾਧ ਲਿਆ, ਉਹਨਾਂ ਨੂੰ ਮਿਲ, ਭਾਵ ਗੁਰੂ ਨੂੰ ਮਿਲ। ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਗੱਲ ਕਰੀਏ ਨਾ, ਉਹਨਾਂ ਦਾ ਐਸਾ ਜੀਵਨ ਸੀ, ਬਹੁਤ ਜ਼ਿਆਦਾ ਤਪੱਸਿਆ ਸੀ, ਬਹੁਤ ਜ਼ਿਆਦਾ ਬੰਦਗੀ ਸੀ। ਔਰ ਜਿਸ ਵੇਲੇ ਦੀਵਾਨ ਦੇ ਵਿੱਚ ਆਉਂਦੇ ਸਨ ਉੱਠ ਕੇ, ਰਾਤ ਨੂੰ 12-1 ਵਜੇ ਤੋਂ ਲੈ ਕੇ ਦਿਨ ਚੜ੍ਹਦੇ ਤੱਕ ਕਹਿੰਦੇ ਸਿਮਰਨ 'ਚ ਬੈਠੇ ਰਹਿੰਦੇ, ਅਤੇ ਸੰਗਤਾਂ ਉਡੀਕਦੀਆਂ ਰਹਿੰਦੀਆਂ। ਅਤੇ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਦੀਵਾਨ 'ਚ ਆਉਂਦੇ, ਅਤੇ ਜਿਨ੍ਹਾਂ ਨੂੰ ਉਸ ਵੇਲੇ ਦਰਸ਼ਨ ਹੋ ਜਾਂਦੇ, ਉਹਨਾਂ ਦੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਕੋਈ ਸਤਨਾਮ ਸੀ, ਐਸਾ ਉਹਨਾਂ ਦਾ ਪ੍ਰਤਾਪ ਸੀ। ਦਰਸ਼ਨ ਕਰਕੇ ਹੀ ਸੰਸਾਰ ਦੀਆਂ ਭੁੱਖਾਂ ਲੈ ਜਾਂਦੀਆਂ, ਦੁੱਖਾਂ ਦਾ ਖਾਤਮਾ ਹੋ ਜਾਂਦਾ।
ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਵਾਸਾ ਹੈ, ਉਹਨਾਂ ਦੇ ਦਰਸ਼ਨ ਕਰਿਆ ਹੀ ਜੀਵ ਦਾ ਉਧਾਰ ਹੋ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਿਵੇਂ ਬਸੰਤ ਰੁੱਤ ਨੇ ਸ੍ਰਿਸ਼ਟੀ ਦੇ ਉੱਤੇ ਅਸਰ ਕੀਤਾ, ਕੁਦਰਤ 'ਤੇ ਅਸਰ ਕੀਤਾ, ਸਿੱਖਾ ਤੇਰੇ 'ਤੇ ਅਸਰ ਹੋਣਾ ਹੈ ਗੁਰਮੁਖਾਂ ਦੀ ਸੰਗਤ ਦਾ। ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ। ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਆ। ਇਸ ਕਰਕੇ ਹਮੇਸ਼ਾ ਹੀ ਨਿਤ ਨਵਾਂ ਨਰੋਹਾ ਹੈ। ਜਦੋਂ ਗੁਰੂ ਵਾਲਾ ਬਣ ਗਿਆ, ਗੁਰੂ ਦੇ ਲੜ ਲੱਗ ਗਿਆ। ਦਿਨ ਰੈਣ ਜਿਸ ਨਾ ਵਿਸਰੈ, ਸੋ ਹਰਿਆ ਹੋਵੇ ਜੰਤ। ਸਰਬ ਕਲਾ ਪ੍ਰਭ ਪੂਰਨੋ, ਮੰਝ ਨਿਮਾਣੀ ਥਾਓ। ਕਹਿੰਦੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਉਹ ਸਰਬ ਕਲਾ ਸਮਰੱਥ, ਹਰ ਪੱਖ ਤੋਂ ਪੂਰਾ ਹੈ। ਉਹ ਸਭ ਕਰ ਸਕਦਾ ਹੈ, ਉਹਦੇ ਹੱਥ ਵਿੱਚ ਸਾਰੀ ਖੇਡ ਹੈ। ਸਰਬ ਕਲਾ ਪ੍ਰਪੂਰਨੋ, ਮੰਝ ਨਿਮਾਣੀ ਥਾਓ। ਪਰ ਮੈਨਾ ਨਿਮਾਣੀ ਦਾ ਕੋਈ ਥਾਂ ਨਹੀਂ। ਮਾਲਕ ਨੂੰ ਵਿਛੋੜਨ ਕਰਕੇ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਮਾਲਕ ਨੂੰ ਭੁਲਾਉਣ ਕਰਕੇ ਮੇਰਾ ਕੋਈ ਥਾਂ ਨਹੀਂ। ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਨੂੰ ਜੁਲਾਹੇ ਦੇ ਘਰ ਵਾਲੀ ਨੇ ਕਹਿ ਦਿੱਤਾ, ਜਿਸ ਵੇਲੇ ਉਹ ਪਾਣੀ ਦੀ ਗਾਗਰ ਭਰ ਕੇ ਆਉਂਦੇ ਆ ਬਿਆਸਾ ਤੋਂ, ਰਸਤੇ ਦੇ ਵਿੱਚੋਂ ਮੀਂਹ ਦੇ ਪੈਣ ਕਰਕੇ ਸਾਈਡ ਤੋਂ ਲੰਘ ਰਹੇ ਆ। ਗਲੀ ਦੇ ਸਾਈਡਾਂ ਉੱਚੀਆਂ ਹੁੰਦੀਆਂ, ਸੁੱਕੀ ਸੀ ਗਲੀ, ਸਾਈਡ ਤੋਂ ਵਿਚਾਲੇ ਚਿੱਕੜ ਸੀ। ਪਰ ਸਾਈਡ ਦੇ ਉੱਤੇ ਜਲਾਹਿਆਂ ਨੇ ਤਾਣੀ ਬੰਨ੍ਹਣ ਵਾਸਤੇ ਕਿੱਲਾ ਗੱਡਿਆ ਹੋਇਆ ਸੀ, ਅਤੇ ਇਹਨਾਂ ਦਾ ਪੈਰ ਠੇਡਾ ਵੱਜਿਆ, ਡਿੱਗ ਪਏ। ਗਾਗਰ ਸੀ ਪਿੱਤਲ ਦੀ, ਉਹ ਥੱਲੇ ਵੱਜੀ, ਖੜਕਾ ਹੋਇਆ। ਅਤੇ ਨਾਲ ਅਗਵਾਂ ਘਰ ਹੈ ਜਲਾਹਿਆਂ ਦਾ। ਖੜਕਾ ਸੁਣਿਆ, ਜਲਾਹਾ ਤੁਰੰਤ ਕਹਿੰਦਾ ਕੌਣ ਹੈ? ਅਤੇ ਜਲਾਹੀ ਨੂੰ ਪਤਾ ਸੀਗਾ ਪਿਛਲੇ 12 ਸਾਲਾਂ ਤੋਂ ਪਾਣੀ ਢੋ ਰਹੇ ਆ ਪਾਤਸ਼ਾਹ। ਉਹ ਕਹਿੰਦੀ ਹੋਰ ਕੌਣ ਹੈ? ਉਹੀ ਅਮਰੂ ਨਥਾਵਾਂ ਹੈ, ਕੁੜਮਾਂ ਦੇ ਪਾਣੀ ਢੋਂਦਾ ਫਿਰਦਾ, ਜਿਹਨੂੰ ਕਿਤੇ ਥਾਂ ਨਹੀਂ ਮਿਲਿਆ। ਭਾਵ ਆਪਦਾ ਘਰ ਛੱਡ ਕੇ ਕੁੜਮਾਂ ਦੇ ਆ ਗਿਆ। ਅਮਰੂ ਨਥਾਵਾਂ ਕੁੜਮਾਂ ਦੇ ਪਾਣੀ ਢੋਂਦਾ ਫਿਰਦਾ। ਅਤੇ ਇਹ ਗੱਲ ਪਾਤਸ਼ਾਹ ਦੇ ਕੰਨ 'ਚ ਪਈ, ਅਤੇ ਉਹ ਕਹਿਣ ਲੱਗੇ, ਝੱਲੀਏ ਮੈਨੂੰ ਤਾਂ ਥਾਂ ਮਿਲ ਗਿਆ, ਤੂੰ ਆਪ ਦਾ ਇੰਤਜ਼ਾਮ ਕਰ ਲਾ। ਕਹੋ ਸਤਿਨਾਮ ਸ੍ਰੀ। ਭਾਵ ਮੈਨੂੰ ਤਾਂ ਗੁਰੂ ਚਰਨਾਂ 'ਚ ਥਾਂ ਮਿਲ ਗਿਆ, ਪਰ ਤੈਨੂੰ ਥਾਂ ਨਹੀਂ ਮਿਲਿਆ ਹਜੇ, ਤੂੰ ਲੱਭ ਲਾ। ਝੱਲੀ ਕਹਿੰਦਿਆਂ ਹੀ ਉਹ ਕਮਲੀ ਹੋ ਗਈ, ਕੱਪੜੇ ਪਾੜਨ ਲੱਗੀ, ਸਿਰ ਦੇ ਬਾਲ ਖੰਡਿਆਲੇ। ਜਿਵੇਂ ਕਿਵੇਂ ਕਰਕੇ ਉਹਦੇ ਘਰ ਵਾਲਾ ਉਹਨੂੰ ਬਾਹੋਂ ਫੜ ਕੇ ਦੂਜੇ ਪਾਤਸ਼ਾਹ ਕੋਲ, ਖਡੂਰ ਸਾਹਿਬ ਦੇ ਵਿੱਚ ਹੀ ਰਹਿੰਦੇ ਸਨ, ਉਹਨਾਂ ਦੇ ਕੋਲ ਗਿਆ। ਮਹਾਰਾਜ ਇਹਨੂੰ ਸੈੱਟ ਕਰੋ, ਠੀਕ ਕਰੋ, ਕਮਲੀ ਹੋ ਗਈ ਹੈ। ਕਿਉਂ? ਅਜੀ ਤੁਹਾਡੇ ਸੇਵਕ ਨੇ ਝੱਲੀ ਕਹਿਤਾ, ਅਤੇ ਉਦੋਂ ਦੀ ਝੱਲੀ ਹੋਈ ਹੈ। ਇਹ ਹੀ ਹੋ ਗਿਆ ਸੀ ਅਮਰਦਾਸ। ਕੁਛ ਨਹੀਂ ਮਹਾਰਾਜ, ਉਹ ਪਾਣੀ ਲਈ ਆਉਂਦਾ, ਮੈਂ ਡਿੱਗ ਪਿਆ, ਅਤੇ ਉਹ ਗਾਗਰ ਦਾ ਖੜਕਾ ਹੋਇਆ। ਇਹ ਜਲਾਹਾ ਕਹਿੰਦਾ ਵੀ ਇਹ ਕੌਣ ਹੈ? ਇਹ ਕਹਿੰਦੀ ਅਮਰੂ ਨਥਾਵਾਂ, ਕੁੜਮਾਂ ਦੇ ਪਾਣੀ ਭਰਦਾ, ਹੋਰ ਕੌਣ ਹੈ? ਮੈਂ ਕਹਿੰਦਾ ਝੱਲੀਏ ਮੈਨੂੰ ਤਾਂ ਥਾਂ ਮਿਲ ਗਿਆ, ਤੂੰ ਆਪਦਾ ਇੰਤਜ਼ਾਮ ਕਰ। ਹੋਰ ਤਾਂ ਮੈਂ ਕੁਛ ਨਹੀਂ ਕਿਹਾ। ਆਖਿਆ ਨੇ ਅਮਰਦਾਸ ਤੇਰੀ ਜ਼ੁਬਾਨ ਜਿਹੜੀ ਹੈ ਸੱਤ ਹੋ ਗਈ ਆ, ਤੇਰੇ ਜ਼ੁਬਾਨ 'ਚੋਂ ਨਿਕਲੇ ਬਚਨ ਪੂਰੇ ਹੋ ਜਾਂਦੇ ਆ, ਥੋੜ੍ਹਾ ਸੋਚ ਕੇ ਬੋਲਿਆ ਕਰ। ਅਤੇ ਉਹਨਾਂ ਨੂੰ ਪਾਤਸ਼ਾਹ ਕਹਿੰਦੇ, ਭਾਈ ਜੇ ਇਹਨੇ ਕਿਹਾ ਆਪਦਾ ਇੰਤਜ਼ਾਮ ਕਰੋ, ਅਤੇ ਆਪਦਾ ਇੰਤਜ਼ਾਮ ਕਰੋ। ਹੁਣ ਉਹ ਘਰ ਹੁਣ ਛੱਡ ਦਿਓ, ਕੋਈ ਨਵਾਂ ਘਰ ਪਾਓ, ਕਿਸੇ ਹੋਰ ਥਾਂ ਜਾ ਕੇ ਵਸੋ। ਹੁਣ ਤੁਸੀਂ ਇੱਥੇ ਨਹੀਂ ਰਹਿ ਸਕਦੇ, ਕਿਉਂਕਿ ਇਹਦਾ ਇਹ ਵੀ ਤਾਂ ਨਾਲ ਬਚਨ ਹੋਇਆ ਨਾ, ਆਪਦਾ ਇੰਤਜ਼ਾਮ ਕਰ, ਮੈਨੂੰ ਥਾਂ ਮਿਲ ਗਿਆ। ਹੁਣ ਤੁਹਾਨੂੰ ਇਹ ਘਰ ਛੱਡਣਾ ਪੈਣਾ। ਅਤੇ ਉਸ ਵੇਲੇ ਫਿਰ ਗੁਰੂ ਪਿਆਰੋ ਜਲਾਹਿਆਂ ਨੂੰ ਸਤਿਗੁਰਾਂ ਨੇ ਹੋਰ ਥਾਂ ਦਿੱਤਾ, ਹੋਰ ਥਾਂ 'ਤੇ ਘਰ ਦਿੱਤਾ, ਅਤੇ ਉਹ ਘਰ ਪਾਤਸ਼ਾਹ ਨੇ ਲੈ ਲਿਆ। ਫਿਰ ਉਸ ਥਾਂ ਦੇ ਉੱਤੇ ਗੁਰੂ ਅੰਗਦ ਦੇਵ ਦੇ ਸਰੀਰ ਦਾ ਸੰਸਕਾਰ ਹੋਇਆ ਸੀ। ਖੈਰ ਹੋਰ ਕੋਈ ਥਾਂ ਨਹੀਂ ਹੈ ਜੀਵ ਨੂੰ ਗੁਰੂ ਚਰਨਾਂ ਤੋਂ ਬਿਨਾਂ।
ਸਰਵ ਕਲਾ ਪ੍ਰਪੂਰਨੋ ਮੰਝ ਨਿਮਾਣੀ ਥਾਓ। ਮੇਰਾ ਨਿਮਾਣੀ ਦਾ ਵਸ ਕੇਵਲ ਤੇ ਕੇਵਲ ਗੁਰੂ ਚਰਨ ਹੀ ਆਸਰਾ ਹੈ। ਗੁਰੂ ਦੇ ਚਰਨਾਂ ਵਿੱਚ ਹੀ ਮੇਰਾ ਥਾਂ ਹੈ, ਹੋਰ ਕੋਈ ਟਿਕਾਣਾ ਨਹੀਂ ਹੈ, ਕਿਸੇ ਨੂੰ ਵੀ ਨਹੀਂ ਹੈ। ਇਹ ਠੀਕ ਹੈ ਦੁਨੀਆ ਭੱਜੀ ਫਿਰਦੀ ਹੈ ਇੱਧਰ ਉੱਧਰ, ਪਰ ਗੁਰੂ ਤੋਂ ਬਗੈਰ ਕਿਸੇ ਦੀ ਗੱਲ ਨਹੀਂ ਬਣਨੀ। ਹਰਿ ਓਟ ਗਹੀ ਮਨ ਅੰਦਰ, ਇਸ ਕਰਕੇ ਮੈਂ ਆਪਣੇ ਮਾਲਕ ਨੂੰ ਹਮੇਸ਼ਾ ਹਰੀ ਦੇ ਹਿਰਦੇ ਵਿੱਚ ਵਸਾਇਆ ਹੋਇਆ, ਉਹਦੀ ਓਟ ਆਸਰਾ ਲਿਆ ਹੋਇਆ। ਜਪ ਜਪ ਜੀਵਾ ਨਾਉ, ਮੈਂ ਉਹਦਾ ਨਾਮ ਜਪ ਜਪ ਕੇ ਜਿਉਂਦੀ ਹਾਂ, ਮੇਰਾ ਉਹਦੇ ਤੋਂ ਬਗੈਰ ਕੋਈ ਨਹੀਂ। ਆਓ ਆਪਾਂ ਵੀ ਬੇਨਤੀ ਕਰੀਏ, ਜੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੇਰਾ ਵੀ ਉਹਦੇ ਚਰਨਾਂ ਵਿੱਚ ਹੀ ਥਾਂ ਹੈ, ਤਾਂ ਫਿਰ ਆਪਣਾ ਵੀ ਉੱਥੇ ਹੀ ਆ। ਤਾਂ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾ ਅਰਦਾਸ ਕਰਿਆ ਕਰ, ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਓ। ਕਿਰਪਾ ਕਰ ਮਾਲਕਾ, ਮੈਨੂੰ ਵੀ ਤੇਰੇ ਜਨਾਂ ਦੀ, ਤੇਰੇ ਸੰਤ ਜਨਾਂ ਦੀ, ਨਾਮ ਜਪਣ ਵਾਲਿਆਂ ਦੀ ਚਰਨਾਂ ਦੀ ਧੂੜੀ ਦਿਓ। ਭਾਵ ਸਹੀ ਪਿਆਰਿਆ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮੈਨੂੰ ਵੀ ਉਹਨਾਂ ਵੀ ਚਰਨਾਂ ਵਿੱਚ ਰੱਖ ਲਓ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਓ। ਖੰਡ ਹੁੰਦਾ ਇੱਕ ਹਿੱਸਾ, ਬ੍ਰਹਮੰਡ ਹੁੰਦਾ ਪੂਰਾ, ਤੇ ਧਰਤੀ ਵਿੱਚ ਬੇਅੰਤ ਹੀ ਬ੍ਰਹਮੰਡ ਹੈ। ਤੇ ਪਾਤਸ਼ਾਹ ਕਹਿੰਦੇ ਹੈ ਅਕਾਲ ਪੁਰਖ, ਜਿੱਥੇ ਤੂੰ ਇੰਨੇ ਬ੍ਰਹਮੰਡਾਂ ਨੂੰ ਆਪਣੇ ਚਰਨਾਂ ਵਿੱਚ ਰੱਖਿਆ ਹੋਇਆ, ਮੈਨੂੰ ਵੀ ਰੱਖ ਲਾ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਓ। ਰਾਖ ਲਿਹੋ ਇਹ ਬਖਈ ਜੀਓ, ਦੇਹੋ ਆਪਣਾ ਨਾਓ। ਬਖਈ ਹੁੰਦਾ ਵਿਸ਼ੇ ਵਿਕਾਰੀ ਔਗਣਾਂ ਦਾ ਭਰਿਆ। ਕਹਿੰਦੇ ਮੈਨੂੰ ਔਗਣਾਂ ਦੇ ਭਰੇ ਨੂੰ ਵੀ ਚਰਨਾਂ 'ਚ ਰੱਖ ਲੈ, ਜਿੱਥੇ ਇੰਨੀ ਦੁਨੀਆ ਰੱਖੀ ਆ, ਮੈਨੂੰ ਵੀ ਰੱਖ ਲਾ। ਦੇਹੋ ਆਪਣਾ ਨਾਓ। ਤਾਂ ਪਾਤਸ਼ਾਹ ਜੀ ਕਹਿੰਦੇ ਨਾ, ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਓ। ਕਿਰਪਾ ਕਰਕੇ ਮੈਨੂੰ ਵੀ ਆਪਣੇ ਚਰਨਾਂ ਦੀ ਧੂੜੀ ਬਖਸ਼ੋ। ਜਿਉਂ ਤੂੰ ਰੱਖੈ ਤਿਉਂ ਰਹਾ, ਮੈਂ ਕੋਈ ਹੀਲ ਹੁਜਤ ਨਹੀਂ ਕਰਾਂਗਾ, ਜਿਵੇਂ ਤੂੰ ਰੱਖੇਂਗਾ ਉਵੇਂ ਹੀ ਰਹਿ ਪਊਂਗਾ। ਮੈਂ ਕੋਈ ਟੀਕਾ ਟਿੱਪਣੀ ਨਹੀਂ ਕਰੂੰਗਾ, ਪਰ ਮੈਨੂੰ ਚਰਨਾਂ ਵਿੱਚ ਰੱਖ ਲੈ। ਜਿਵੇਂ ਵੀ ਰੱਖ ਸਕਦਾ ਉਵੇਂ ਰੱਖ ਲੈ, ਮੈਂ ਉਵੇਂ ਹੀ ਰਹਿ ਪਊਂਗਾ। ਜਿਉਂ ਤੂੰ ਰਾਖੈ ਤਿਉਂ ਰਹਾ, ਤੇਰਾ ਦਿੱਤਾ ਪਹਿਨਾ ਖਾਓ। ਜੋ ਦੇ ਦੇਂਗਾ ਪਾ ਲੂੰਗਾ, ਜੋ ਦੇ ਦੇਂਗਾ ਖਾ ਲੂੰਗਾ। ਕਹੋ ਸਤਨਾਮ, ਮੈਨੂੰ ਗੋਲਾ ਬਣਾ ਕੇ ਰੱਖ ਲਾ। ਇੱਕ ਤਾਂ ਹੁੰਦਾ ਨਾ ਤਨਖਾਹਦਾਰ ਨੌਕਰ, ਉਹ ਤਾਂ ਜੇ ਨਾ ਤਨਖਾਹ ਮਿਲੇ ਤੇ ਅੜ ਕੇ ਮੰਗਦਾ, ਜਿਵੇਂ ਬਰਾੜਾ ਨੇ ਮੰਗੀ ਸੀ ਗੁਪਤਸਰ ਗੁਰਦੁਆਰੇ, ਸਾਡੀ ਤਨਖਾਹ ਧਰੋ ਇੱਥੇ, ਫਿਰ ਗਾਹਾਂ ਜਾਇਓ। ਤੇ ਪਾਤਸ਼ਾਹ ਕਹਿੰਦੇ ਤਨਖਾਹ ਮਿਲੂ ਜਾਂ ਸਿੱਖੀ? ਕਹਿੰਦੇ ਸਿੱਖ ਤਾਂ ਅਸੀਂ ਹੈਗੇ ਹੀ ਆ। ਕਹਿੰਦੇ ਇਹ ਸਿੱਖੀ ਨਹੀਂ, ਫਿਰ ਸਿੱਖੀ ਤਾਂ ਫਿਰ ਗੋਲਾ ਬਣ ਕੇ ਮਿਲਦੀ ਆ। ਤੁਸੀਂ ਤਾਂ ਮੇਰੇ ਘੋੜੇ ਦੀਆਂ ਲਗਾਮਾਂ ਹੀ ਫੜ ਲਈਆਂ। ਕਹਿੰਦੇ ਨਹੀਂ, ਇਦੋਂਗਾ ਭਾਗੋ ਕੀ ਹੱਦ ਆ ਗਈ ਹੈ, ਸਾਡੀ ਹੱਦ ਇੱਥੇ ਪੂਰੀ ਹੁੰਦੀ ਹੈ ਗੁਰਦੁਆਰਾ ਗੁਰੂਸਰ ਗੁਪਤਸਰ ਵਿਖੇ। ਅਸੀਂ ਇਦੋਂ ਗਾਹਾਂ ਤਾਂ ਜਾਵਾਂਗੇ, ਤਾਂ ਜਾਣ ਦਿਆਂਗੇ ਜੇ ਪਹਿਲਾਂ ਸਾਡੀ ਤਨਖਾਹ ਦਿਓਗੇ ਪਿਛਲੀ। ਤੇ ਕਹਿੰਦੇ ਪਾਤਸ਼ਾਹ ਜੀ ਨੇ ਫਿਰ ਉੱਥੇ ਰੁਕਣਾ ਕੀਤਾ, ਉਤਰਨਾ ਕੀਤਾ, ਤੇ ਆਪਣੇ ਪੱਥੇ 'ਚੋਂ ਤੀਰ ਕੱਢਿਆ ਤੇ ਆਕਾਸ਼ਾਂ ਵੱਲ ਛੱਡਤਾ। ਤੀਰ ਆਕਾਸ਼ਾਂ ਵੱਲ ਚਲਿਆ ਗਿਆ। ਥੋੜ੍ਹੀ ਦੇਰ ਬਾਅਦ ਕੀ ਦੇਖਦੇ ਨੇ, ਸਾਹਮਣੇ ਇੱਕ ਵਪਾਰੀ ਖੱਚਰਾਂ ਲਈ ਆਉਂਦਾ, ਤੇ ਕੋਲੇ ਆ ਕੇ ਕਹਿਣ ਲੱਗਿਆ, ਮਹਾਰਾਜ ਆਪਣਾ ਧਨ ਸੰਭਾਲੋ, ਮੈਂ ਤਾਂ ਕਿੱਡੇ ਦਾ ਚੱਕੀ ਫਿਰਦਾ, ਅੱਜ ਸੁਨੇਹਾ ਭੇਜਿਆ ਤੇ ਮੈਂ ਲੈ ਕੇ ਆ ਗਿਆ। ਭਾਵ ਕੁਬੇਰ ਦੇ ਕੋਲੇ ਖਜ਼ਾਨੇ ਪਏ ਆ ਗੁਰੂ ਸਾਹਿਬ ਦੇ, ਤੇ ਜਦੋਂ ਗੁਰੂ ਸਾਹਿਬ ਨੂੰ ਲੋੜ ਪੈਂਦੀ ਉਦੋਂ ਮੰਗਾ ਲੈਂਦੇ ਆ। ਤੇ ਉਹ ਲਿਆ ਕੇ ਖੱਚਰਾਂ ਗੁਰੂ ਪਿਆਰਿਓ ਖੁਰਜੀਆਂ ਮੋਹਰਾਂ ਦੀਆਂ ਭਰੀਆਂ ਉੱਥੇ ਖਾਲੀ ਕਰਤੀਆਂ, ਉਲਟਾ ਕੇ ਕਹਿੰਦੇ ਲਓ ਜੀ। ਤੇ ਪਾਤਸ਼ਾਹ ਬਰਾੜਾ ਨੂੰ ਕਹਿੰਦੇ ਆ ਜਾਓ ਭਾਈ, ਲੈ ਲਓ ਤਨਖਾਹ, ਪਰ ਦੱਸ ਦਿਓ ਸਿੱਖੀ ਲੈਣੀ ਕਿ ਤਨਖਾਹ ਲੈਣੀ ਆ। ਉਹ ਕਹਿੰਦੇ ਸਿੱਖ ਤਾਂ ਅਸੀਂ ਹੈਗੇ ਹੀ ਆ। ਕਹਿੰਦੇ ਨਾ, ਸਿੱਖੀ 'ਚੋਂ ਖਾਰਜ ਹੋ ਗਏ ਤੁਸੀਂ। ਅੱਜ ਤੁਸੀਂ ਧੱਕਾ ਕੀਤਾ ਘੋੜਾ ਰੋਕ ਕੇ। ਮੈਂ ਤੁਹਾਨੂੰ ਕਿਹਾ ਜਿੱਥੇ ਦੀਵਾਨ ਸਜੂਗਾ ਉੱਥੇ ਮਾਇਆ ਆਊਗੀ, ਫਿਰ ਦੇ ਦਿਆਂਗੇ। ਉਹ ਕਹਿੰਦੇ ਤਨਖਾਹ ਦਿਓ, ਅਸੀਂ ਘਰੇ ਭੇਜਣੀ ਆ।
ਕਹਿੰਦੇ ਪਾਤਸ਼ਾਹ ਨੇ ਫਿਰ ਉੱਥੇ ਗਿਣ ਗਿਣ ਕੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ, ਔਰ ਬਚੀ ਹੋਈ ਮਾਇਆ ਉੱਥੇ ਹੀ ਨੱਪਤੀ। ਤੇ ਗੁਰੂ ਪਿਆਰਿਓ, ਬਰਾੜਾ ਨੇ ਫਿਰ ਉਹ ਮਾਇਆ ਦੇਖ ਕੇ ਲਾਲਚ ਕੀਤਾ, ਸਾਨੂੰ ਕਹਿੰਦੇ ਡਬਲ ਤਨਖਾਹ ਦਿਓ, ਜਿੰਨੀ ਦੇਣੀ ਸੀ ਉਦੋਂ ਦੁੱਗਣੀ ਦਿਓ, ਸਾਡੇ ਘੋੜੇ ਵੀ ਨਾਲ ਆ, ਕਹਿੰਦੇ ਘੋੜਿਆਂ ਦਾ ਖਰਚਾ ਵੀ ਦਿਓ। ਪਾਤਸ਼ਾਹ ਨੇ ਦੁੱਗਣੀਆਂ ਤਨਖਾਹਾਂ ਦੇਤੀਆਂ। ਪਰ ਉੱਥੇ ਇੱਕ ਸਿੱਖ ਇਹਨਾਂ ਬਰਾੜਾਂ ਦੇ ਵਿੱਚੋਂ, ਉਹਨੂੰ ਕਹਿੰਦੇ ਆ ਜਾ ਵੀ ਸਿੱਖਾ, ਤੂੰ ਵੀ ਆ ਜਾ। ਉਹ ਦਾਨਸਿਆ ਲੈ ਲਾ ਤਨਖਾਹ, ਕਹਿੰਦਾ ਨਹੀਂ ਜੀ ਮੈਂ ਨਹੀਂ ਲੈਣੀ। ਕਿਉਂ? ਤੇਰੇ ਭਰਾ ਲੈ ਗਏ ਸਾਰੇ, ਤੂੰ ਵੀ ਲੈ ਜਾ। ਦਾਨ ਸਿੰਘ ਕਹਿਣ ਲੱਗਿਆ ਨਹੀਂ, ਮੈਂ ਤਨਖਾਹ ਨਹੀਂ ਲੈਣੀ, ਮੈਨੂੰ ਸਿੱਖੀ ਚਾਹੀਦੀ ਆ। ਕੋ ਸਤਨਾਮ ਸੀ। ਕਹਿੰਦੇ ਸਾਡੇ ਤੋਂ ਸਿੱਖੀ ਤੋਂ ਕੀ ਲੈਣਾ ਹੈ, ਤੂੰ ਤਨਖਾਹ ਲੈ ਜਾ। ਕਹਿੰਦਾ ਨਹੀਂ ਮੈਂ ਤਨਖਾਹ ਨਹੀਂ ਲੈਣੀ। 3-4 ਵਾਰੀ ਪੁੱਛਿਆ, ਉਹਨੇ ਜਵਾਬ ਦੇਤਾ। ਪਾਤਸ਼ਾਹ ਕਹਿੰਦੇ ਚੰਗਾ ਦਾਨ ਸਿਆ, ਤੂੰ ਇਹ ਜੰਗਲ ਦੇ ਇਲਾਕੇ ਵਿੱਚ ਸਿੱਖੀ ਦਾ ਬੀਜ ਰੱਖ ਲਿਆ ਹੈ, ਇਸ ਮਾਲਵੇ ਵਿੱਚ ਸਿੱਖੀ ਦਾ ਬੀਜ ਰੱਖ ਲਿਆ, ਨਹੀਂ ਤਾਂ ਸਿੱਖੀ ਚਲੀ ਜਾਂਦੀ। ਮਾਝੇ 'ਚ ਮਹਾਂ ਸਿੰਘ ਨੇ ਰੱਖਿਆ, ਇੱਥੇ ਤੂੰ ਰੱਖਿਆ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਆਓ ਬੇਨਤੀ ਕਰੀਏ, ਗੋਲੇ ਬਣ ਜੀਏ। ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦੇ ਆਲਾ, ਨਾਨਕ ਕਰਕੇ ਗੋਲੇ। ਗੋਲਾ ਜਿਹੜਾ ਹੁੰਦਾ ਉਹ ਨਾ ਮਾਲਕ ਨੂੰ ਕਹਿ ਨਹੀਂ ਸਕਦਾ ਵੀ ਦਿੰਦਾ ਕਿਉਂ ਨਹੀਂ ਗਾ। ਮਾਲਕ ਦੇਵੇ ਨਾ ਦੇਵੇ, ਜੋ ਦੇਵੇ ਉਹੀ ਪ੍ਰਵਾਨ ਹੈ। ਫਿਰ ਕਹੋ ਸਤਨਾਮ ਸ੍ਰੀ। ਗੁਰੂ ਅਰਜਨ ਦੇਵ ਜੀ ਕਹਿੰਦੇ ਆਓ ਅਰਦਾਸ ਕਰੀਏ ਜੀ, ਆਪਾਂ ਨੂੰ ਵੀ ਚਰਨਾਂ ਵਿੱਚ ਰੱਖ ਲਵੇ। ਕੀ ਕਹਿੰਦੇ? ਕਰ ਕਿਰਪਾ ਪ੍ਰਭ ਆਪਣੀ, ਜਨ ਧੂੜੀ ਸੰਗ ਸਮਾਓ, ਜਿਉਂ ਤੂੰ ਰਾਖੈ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਓ। ਜੋ ਦੇਵੇਗਾ ਉਹ ਪਹਿਨ ਲੂੰਗਾ, ਜੋ ਦੇਵੇਗਾ ਉਹ ਖਾ ਲੂੰਗਾ। ਕਿਰਪਾ ਕਰਿਓ ਪਰ ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ। ਹੇ ਮਾਲਕਾ ਮੈਨੂੰ ਉਦਮ ਬਖਸ਼ੀ, ਕਿਉਂਕਿ ਉਦਮ ਵੀ ਉਹਦੀ ਕਿਰਪਾ ਤੋਂ ਬਗੈਰ ਨਹੀਂ ਹੁੰਦਾ। ਉਹਦੀ ਕਿਰਪਾ ਨਾਲ ਹੀ ਬੰਦਾ ਉਦਮ ਕਰਦਾ। ਉਦਮ ਅੱਗੇ ਲక్ష్ਮੀ ਜਿਉਂ ਪੱਖੇ ਅੱਗੇ ਪਾਉਣ। ਉਦਮ ਬਖਸ਼ਦੇ ਤੇ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਪਹੁੰਚਦੇ ਹਾਂ, ਇਹ ਉਹਦੀ ਬਖਸ਼ਿਸ਼ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਉਦਮ ਬਖਸ਼ੀ ਕਿ ਮੈਂ ਤੇਰੇ ਸਾਧੂਆਂ ਨਾਲ ਮਿਲ ਕੇ ਤੇਰੇ ਗੁਣ ਗਾਵਾਂ। ਗਾਵਾਂ ਜਾਂ ਸੁਣਾ ਇੱਕੋ ਹੀ ਗੱਲ ਆ। ਸੰਗਤ ਵਿੱਚ ਬੈਠਾਂ ਜਾ ਕੇ ਤੇਰੇ ਸਾਧੂਆਂ ਦੀ, ਗੁਰਮੁਖਾਂ ਦੀ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ। ਦੂਜੀ ਜਾਏ ਨ ਸੋਝਈ, ਕਿੱਥੇ ਕੂਕਣ ਜਾਓ। ਹੁਣ ਮੈਂ ਕਿੱਥੇ ਜਾ ਕੇ ਰੋਵਾਂ, ਤੇ ਇੱਥੋਂ ਬਿਨਾਂ ਕੋਈ ਥਾਂ ਹੀ ਨਹੀਂ ਦਿਸਦਾ ਕੋਈ ਐਸਾ। ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਮੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਣੀ ਅਪਾਰ ਅਨੂਪ, ਰਾਮਦਾਸਪੁਰ ਹਰ ਹਾਂ। ਕਸਮਲ ਜਾਏ ਨਹਾਈਐ ਰਾਮਦਾਸ ਸਰ। ਤਾਂ ਇਸ ਤਰ੍ਹਾਂ ਕਸਮਲ ਹੁੰਦੇ ਆ ਪਾਪ ਔਗਣ, ਗਲਤੀਆਂ ਇਹ ਖਤਮ ਹੋ ਜਾਂਦੀਆਂ ਜਦੋਂ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ। ਪ੍ਰੀਤਮ ਜੀ ਕਹਿੰਦੇ ਆ ਮੈਂ ਕਿੱਥੇ ਜਾਵਾਂ, ਮੈਨੂੰ ਕੋਈ ਟਿਕਾਣਾ ਨਹੀਂ ਦਿਸਦਾ ਤੇਰੇ ਘਰ ਤੋਂ ਬਗੈਰ। ਦੂਜੀ ਜਾਏ ਨਾ ਸੋਝੇ, ਕਿੱਥੇ ਕੂਕਣ ਜਾਓ। ਅਗਿਆਨ ਵਿਨਾਸਨ ਤਮ ਹਰਨ, ਕਿਰਪਾ ਕਰ ਮੇਰੀ ਅਗਿਆਨਤਾ ਖਤਮ ਹੋ ਜਾਵੇ। ਮੇਰਾ ਅੰਦਰਲਾ ਅਗਿਆਨਤਾ ਦਾ ਤਮ ਹੁੰਦਾ, ਹਨੇਰਾ ਖਤਮ ਹੋ ਜਾਵੇ। ਇੱਥੇ ਹਨੇਰਾ ਰਾਤ ਵਾਲਾ ਨਹੀਂ, ਇੱਥੇ ਹਨੇਰਾ ਅਗਿਆਨਤਾ ਦਾ ਹੈ। ਬੰਦੇ ਨੂੰ ਗਿਆਨ ਸੋਝੀ ਨਾ ਹੋਣੀ। ਮਹਾਰਾਜ ਸੋਝੀ ਬਖਸ਼ੋ। ਅਗਿਆਨ ਵਿਨਾਸਨ ਤਮ ਹਰਨ, ਉੱਚੇ ਅਗਮ ਅਮਾਓ। ਕਿਰਪਾ ਕਰੋ ਮਹਾਰਾਜ, ਉਹ ਉੱਚੇ ਅਗਮ ਅਮਾਓ, ਪਰੇ ਤੋਂ ਪਰੇ। ਅਮਾਓ ਜਿਹੜਾ ਮਾਓ ਨਹੀਂ ਸਕਦਾ, ਭਾਵ ਜਿਵੇਂ ਕੋਈ ਸਮੁੰਦਰ ਨੂੰ ਕੁੱਜੇ ਵਿੱਚ ਪਾਉਣਾ ਚਾਹੇ ਪੈਂਦਾ ਨਹੀਂ, ਇਸੇ ਤਰ੍ਹਾਂ ਹੀ ਉਹਨੂੰ ਕਿਹਾ ਤੂੰ ਬੜਾ ਵਿਸ਼ਾਲ ਹੈ, ਤੂੰ ਬਹੁਤ ਬੇਅੰਤ ਹੈ, ਮੈਂ ਤੇਰੀ ਕਿਵੇਂ ਸਿਫਤ ਕਰਾਂ। ਹੇ ਉੱਚੇ, ਵੱਡੇ ਤੋਂ ਵੱਡੇ, ਉੱਚੇ ਤੋਂ ਉੱਚੇ, ਅਗੰਮ, ਪਰੇ ਤੋਂ ਪਰੇ, ਜਿਸ ਦਾ ਕੋਈ ਅੰਤ ਨਹੀਂ ਹੈ। ਹੇ ਮਾਲਕਾ
ਮਿੰਟੀਆਂ ਗਿਣਤੀਆਂ ਤੋਂ ਰਹਿਤ ਪਰਮੇਸ਼ਰ ਅਮਾਓ, ਜੋ ਮਾਪਿਆ ਤੋਲਿਆ ਨਹੀਂ ਜਾ ਸਕਦਾ, ਜੋ ਮਿਣਿਆ ਤੋਲਿਆ ਨਹੀਂ ਜਾ ਸਕਦਾ। ਅਸੀਂ ਉਹਦੇ ਵਿੱਚ ਸਮਾ ਸਕਦੇ ਹਾਂ। ਉਹ ਇਤਨਾ ਵਿਸ਼ਾਲ ਹੈ ਕਿ ਸਾਡਾ ਭਾਂਡਾ ਛੋਟਾ ਪੈ ਜਾਂਦਾ। ਕਹੋ ਸਤਨਾਮ ਸ੍ਰੀ। ਉੱਚੇ ਅਗਮ ਅਮਾਓ, ਹੇ ਮਾਲਕਾ ਸੂਰਜਵਤ ਪ੍ਰਕਾਸ਼ ਰੂਪ, ਹਨੇਰੇ ਨੂੰ ਮੇਟਣ ਵਾਲੇ ਗਿਆਨ ਸਰੂਪ ਸਤਿਗੁਰੂ ਕਿਰਪਾ ਕਰੋ। ਮੇਰੇ ਵੀ ਦਿਮਾਗ ਦਾ ਹਨੇਰਾ ਚੱਕ ਦਿਓ, ਮੈਨੂੰ ਵੀ ਸੋਝੀ ਬਖਸ਼ੋ। ਅਤੇ ਜਦੋਂ ਸਤਿਗੁਰੂ ਕਿਰਪਾ ਕਰਦੇ ਆ, ਸਿੱਖ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਸੰਸਾਰ ਜਿਹੜਾ ਹੈ ਸੁਪਨੇ ਦੀ ਵੱਤ ਦਿਖਾਈ ਦਿੰਦਾ, ਸੁਪਨੇ ਤਰ੍ਹਾਂ ਖਤਮ ਹੋਣ ਵਾਲਾ ਲੱਗਦਾ। ਜਿਸ ਤਰ੍ਹਾਂ ਸੰਤੋਖ ਰਿਸ਼ੀ ਨਿਕਲਿਆ ਇੱਕ ਸਰੋਵਰ 'ਚੋਂ, ਜਿਸ ਵੇਲੇ ਸਰੋਵਰ ਪੱਟਿਆ ਪੰਜਵੇਂ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਵਿਖੇ, ਜਦ ਪਟਾਈ ਆਰੰਭ ਕੀਤੀ, ਥੱਲਿਓਂ ਇੱਕ ਮੱਠ ਨਿਕਲ ਆਇਆ। ਸਿੱਖਾਂ ਨੇ ਮੱਠ ਨੂੰ 4 ਛਪੇਰਿਓਂ ਖਾਲੀ ਕੀਤਾ। ਇੱਕ ਪਾਸੇ ਗੇਟ ਦੇ ਮੂਹਰੇ ਪੱਥਰ ਲੱਗਿਆ ਸੀ, ਪੱਥਰ ਪਾਸੇ ਕੀਤਾ, ਥੱਲਿਓਂ ਵੇਖਿਆ ਵਿੱਚ ਇੱਕ ਬੰਦਾ ਬੈਠਾ। ਖੁਦਾਈ ਕਰਨ ਵਾਲੇ ਸਿੱਖਾਂ ਨੇ ਆ ਕੇ ਕਿਨਾਰੇ 'ਤੇ ਬੈਠੇ ਪੰਜਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ ਸਰੋਵਰ 'ਚੋਂ ਮੱਠ ਨਿਕਲਿਆ ਅਤੇ ਮੱਠ ਦੇ ਵਿੱਚ ਕੋਈ ਸਾਧੂ ਬੈਠਾ, ਕੋਈ ਰਿਸ਼ੀ ਬੈਠਾ। ਅਤੇ ਗੁਰੂ ਅਰਜਨ ਦੇਵ ਜੀ ਸਰੋਵਰ ਦੇ ਵਿੱਚ ਉਤਰ ਕੇ ਜਾ ਕੇ ਮੱਠ ਕੋਲੇ ਵੇਖਦੇ ਆ, ਗੇਟ ਕੋਲੋਂ, ਕਹਿੰਦੇ ਇਹ ਤਾਂ ਕੋਈ ਰਿਸ਼ੀ ਪੁਰਾਣਾ ਬੈਠਾ। ਇੱਦਾਂ ਕਰੋ ਸਿੱਖੋ, ਇਹਦੀਆਂ ਤਲੀਆਂ ਦੀ ਮਾਲਿਸ਼ ਕਰੋ, ਇਹਦੇ ਸਵਾਸ ਚੜ੍ਹਾਏ ਲੱਗਦਾ। ਉਹਦੀਆਂ ਪੈਰਾਂ ਦੀਆਂ ਤਲੀਆਂ ਅਤੇ ਹੱਥਾਂ ਦੀਆਂ ਤਲੀਆਂ 'ਤੇ ਗਰਮ ਤੇਲਾਂ ਦੀ ਮਾਲਿਸ਼ਾ ਕੀਤੀ। ਜਦੋਂ ਮਾਲਿਸ਼ ਕੀਤੀ, ਉਹਦੇ ਚੜ੍ਹੇ ਹੋਏ ਸਵਾਸ ਥੱਲੇ ਉਤਰੇ, ਸਰੀਰ ਵਿੱਚ ਫੈਲੇ, ਸਰੀਰ ਹਰਕਤ ਵਿੱਚ ਆਇਆ ਅਤੇ ਉਹਦੀਆਂ ਅੱਖਾਂ ਖੁੱਲ੍ਹੀਆਂ। ਅੱਖਾਂ ਖੁੱਲ੍ਹੀਆਂ, ਸੈੱਟ ਜਾ ਹੋ ਕੇ ਬੋਲਦਾ, ਸਾਹਮਣੇ ਬੈਠੇ ਸਿੱਖਾਂ ਨੂੰ ਪੁੱਛਦਾ, ਕਿਹੜਾ ਸਮਾਂ ਚੱਲ ਰਿਹਾ ਭਾਈ? ਕਹਿੰਦੇ ਕਲਯੁੱਗ ਹੈ। ਉਹ ਕਹਿੰਦਾ ਕਲਯੁੱਗ ਦੇ ਵਿੱਚ ਬਾਬੇ ਨਾਨਕ ਨੇ ਆਉਣਾ ਸੀ, ਕਹਿੰਦੇ ਆ ਚੁੱਕੇ ਆ। ਉਹਨਾਂ ਦੇ 5ਵਾਂ ਸਰੀਰ ਬਾਬਾ ਬੁੱਢਾ ਜੀ ਕਹਿੰਦੇ ਆ ਤੁਹਾਡੇ ਸਾਹਮਣੇ ਬੈਠੇ ਆ, ਗੁਰੂ ਅਰਜਨ ਦੇਵ ਜੀ। ਉਹਨੇ ਨਮਸਕਾਰ ਕੀਤੀ। ਗੁਰੂ ਅਰਜਨ ਦੇਵ ਜੀ ਨੇ ਫਿਰ ਉਸ ਸਰੀਰ ਨੂੰ ਬੋਚ ਬਾਚ ਕੇ ਬੜੇ ਪਿਆਰ ਦੇ ਨਾਲ ਰਿਸ਼ੀ ਨੂੰ ਉਸ ਮੱਠ 'ਚੋਂ ਬਾਹਰ ਕੱਢਿਆ, ਬਾਹਰ ਲਿਆਂਦਾ। ਪ੍ਰਕਰਮਾਂ ਦੇ ਵਿੱਚ ਬੈਠ ਗਏ, ਗੱਲਾਂ ਬਾਤਾਂ ਚੱਲ ਪਈਆਂ, ਹੌਲੀ ਹੌਲੀ ਚੱਲਣ ਲੱਗੀਆਂ ਗੱਲਾਂ। ਰਿਸ਼ੀ ਨੂੰ ਫਿਰ ਪੁੱਛਦੇ ਆ ਕਦੋਂ ਕਦਾ ਬੈਠਾ? ਕਹਿੰਦਾ ਜੀ ਕੋਈ ਪਤਾ ਨਹੀਂ ਗਾ, ਸਤਿਯੁਗ ਦੇ ਸਮੇਂ ਦਾ ਬੈਠਾ। ਕਾਹਦੇ ਵਾਸਤੇ ਬੈਠਾ? ਕਹਿੰਦਾ ਜੀ ਮੈਂ ਆਪਣੇ ਗੁਰੂ ਨੂੰ ਗੱਲ ਪੁੱਛੀ ਸੀ ਵੀ ਇਹਦਾ ਜਵਾਬ ਦਿਓ, ਅਤੇ ਉਹ ਮੈਨੂੰ ਕਹਿੰਦੇ ਤੈਨੂੰ ਬਾਬੇ ਨਾਨਕ ਦਾ 5ਵਾਂ ਸਰੂਪ ਦੇਊਗਾ। ਕਦੋਂ? ਕਲਯੁੱਗ ਦੇ ਵਿੱਚ। ਮਰ ਇੰਨਾ ਸਮਾਂ ਮੈਂ ਜਿਉਂਦਾ ਰਹੂੰਗਾ? ਕਹਿੰਦੇ ਜਿਉਂਦਾ ਰਹਿ ਸਕਦਾ, ਮੱਠ 'ਚ ਬਹਿ ਜਾ, ਉਡੀਕੀ ਜਾ, ਆਪੇ ਆ ਕੇ ਤੈਨੂੰ ਕੱਢ ਲੈਣਗੇ। ਅਤੇ ਇਹ ਸਵਾਸਾਂ ਨੂੰ ਰੋਕ ਕੇ ਰਿਸ਼ੀ ਯੋਗ ਸਾਧਨਾ ਦੇ ਨਾਲ ਉਹਦੇ ਵਿੱਚ ਬਹਿ ਗਿਆ, ਸਵਾਸ ਤਾਹਾਂ ਚੜ੍ਹਾ ਲਏ। ਹੁਣ ਬੈਂਕ ਦੇ ਵਿੱਚ ਪੈਸੇ ਪਏ ਆ, ਜੇ ਨਾ ਕਢਾਈਏ ਤਾਂ ਖਰਚ ਹੁੰਦੇ ਹੀ ਨਹੀਂ। ਕਹੋ ਸਤਨਾਮ ਸ੍ਰੀ। ਤਿਵੇਂ ਜਿਵੇਂ ਸਾਡੇ ਸਵਾਸ ਹੈ, ਜੇ ਚੱਲੀ ਜਾਣ ਤਾਂ ਮੁੱਕ ਜਾਂਦੇ ਹੈ। ਅਤੇ ਪੁਰਾਣੇ ਸਾਧੂ ਜਿਹੜੇ ਹੁੰਦੇ ਸੀ ਸਵਾਸਾਂ ਨੂੰ ਰੋਕ ਲੈਂਦੇ, ਅਤੇ ਕਿੰਨਾ ਕਿੰਨਾ ਸਾਲ ਉਹ ਉੱਦਾਂ ਹੀ ਬੈਠੇ ਰਹਿੰਦੇ, ਸਵਾਸ ਰੁਕ ਜਾਂਦੇ। ਜਿੰਨਾ ਚਿਰ ਸਵਾਸ ਪਏ ਉਹਨਾਂ ਚਿਰ ਮੌਤ ਨਹੀਂ ਹੁੰਦੀ। ਕਹੋ ਸਤਨਾਮ ਸ੍ਰੀ। ਫਿਰ ਮੌਤ ਕਿਵੇਂ ਹੁੰਦੀ? ਤਾਂ ਇਸ ਕਰਕੇ ਰਿਸ਼ੀ ਨੂੰ ਬਾਹਰ ਕੱਢਿਆ ਅਤੇ ਪੁੱਛਿਆ, ਕੀ ਸਵਾਲ ਪੁੱਛਿਆ ਸੀਗਾ? ਕਹਿੰਦਾ ਜੀ ਮੈਂ ਪੁੱਛਿਆ ਸੀਗਾ ਇਹ ਦੁਨੀਆ ਸੱਚੀ ਹੈ ਕਿ ਝੂਠੀ ਹੈ? ਦੁਨਿਆਵੀ ਲੋਕ ਕਹਿੰਦੇ ਸੱਚੀ ਹੈ, ਅਤੇ ਬ੍ਰਹਮ ਗਿਆਨੀ ਕਹਿੰਦੇ ਝੂਠੀ ਆ, ਸੁਪਨਾ ਹੀ ਆ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਤੈਨੂੰ ਸੁਪਨਾ ਆਇਆ ਕਦੇ ਜ਼ਿੰਦਗੀ 'ਚ? ਕਹਿੰਦੇ ਹਾਂ ਜੀ, ਸੁਪਨੇ ਤਾਂ ਆਉਂਦੇ ਹੀ ਰਹਿੰਦੇ ਆ। ਕਹਿੰਦੇ ਜਿਹੜੀ ਚੀਜ਼ ਆਪਾਂ ਸੁਪਨੇ 'ਚ ਵੇਖਦੇ ਹਾਂ ਜਾਗਣ ਤੋਂ ਬਾਅਦ ਹੁੰਦੀ ਆ? ਕਹਿੰਦੇ ਜੀ ਨਹੀਂ ਹੁੰਦੀ। ਬਸ ਕਹਿੰਦੇ ਇਹੀ ਫਰਕ ਆ। ਸੁਪਨੇ ਵਿੱਚ ਕੋਈ ਚੀਜ਼ ਸੱਚੀ ਲੱਗਦੀ ਆ, ਪਰ ਜਦੋਂ ਬੰਦੇ ਦੀਆਂ ਅੱਖਾਂ ਖੁੱਲ੍ਹ ਜਾਣ ਤਾਂ ਉਹੀ ਝੂਠੀ ਲੱਗਦੀ ਆ। ਉਸੇ ਤਰ੍ਹਾਂ ਹੀ ਸੰਸਾਰੀ ਲੋਕ ਸੁੱਤੇ ਪਏ ਨੇ ਅਗਿਆਨਤਾ ਦੇ ਹਨੇਰੇ 'ਚ, ਉਹਨਾਂ ਨੂੰ ਇਹ ਸੰਸਾਰ ਸੱਚਾ ਲੱਗਦਾ ਹੈ। ਬ੍ਰਹਮ ਗਿਆਨੀ ਜਾਗ ਪਏ, ਉਹਨਾਂ ਨੂੰ ਇਹ ਸੰਸਾਰ ਤੀਹੋ ਕਾਲ ਝੂਠਾ ਲੱਗਦਾ ਹੈ। ਨਾ ਇਹ ਮੇਰੇ ਜੰਮਣ ਤੋਂ ਪਹਿਲਾਂ ਸੀਗਾ, ਅੱਜ ਮੈਂ ਜੰਮ ਪਿਆ, ਅੱਜ ਦਿਖਾਈ ਦਿੰਦਾ।
मेरे मरण तो बाद भी इन्हें नहीं होनागा। ब्रह्म ज्ञानियों को पता लगता है आप मरे जग पर लो को सतनाम सी। ਜਿਹੜੇ ਆਪ ਮਰ ਗਏ ਉਹਨਾਂ ਨੂੰ ਦੁਨੀਆ ਖਤਮ ਹੀ ਦਿਸਦੀ ਆ। ਸਾਧੂ ਜੀ ਸੰਤੋਖ ਰਿਸ਼ੀ ਚਰਨੀ ਪਿਆ, ਨਮਸਕਾਰ ਕੀਤੀ, ਮੱਥਾ ਟੇਕਿਆ, ਫਿਰ ਕਹਿਣ ਲੱਗਿਆ ਜੀ ਹੁਣ ਮੇਰਾ ਸਰੀਰ ਛਡਾ ਦਿਓ। ਬਸ ਇੰਨਾ ਹੀ ਮੇਰੇ ਮਨ ਦੇ ਵਿੱਚ ਫੁਰਨਾ ਸੀਗਾ, ਉਹ ਅੱਜ ਤਸੱਲੀ ਹੋ ਗਈ, ਖਤਮ ਹੋ ਗਿਆ। ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਮੇਰਾ ਸਰੀਰ ਛਡਾ ਦਿਓ। ਗੁਰੂ ਅਰਜਨ ਦੇਵ ਜੀ ਕਹਿੰਦੇ ਰਿਸ਼ੀ ਜੀ ਤੁਹਾਡੇ ਵਰਗੇ ਰਿਸ਼ੀ ਤਾਂ ਦੁਨੀਆ ਨੂੰ ਚਾਹੀਦੇ ਆ, ਤੁਸੀਂ ਕਿੱਥੇ ਜਾਣਾ, ਤੁਸੀਂ ਰਹੋ ਹਲੇ। ਰਿਸ਼ੀ ਕਹਿੰਦਾ ਜੀ ਫਿਰ ਕੋਈ ਹੋਰ ਫੁਰਨਾ ਖੜਾ ਹੋ ਜਾਊਗਾ, ਇਹ ਫੁਰਨਾ ਹੀ ਬੰਦੇ ਨੂੰ ਜਮਦ ਮਰਨ ਦੇ ਵਿੱਚ ਲਈ ਫਿਰਦਾ। ਕੋ ਸਤਨਾਮ ਸੀ। ਮੈਨੂੰ ਹੁਣ ਜਿਉਣ ਦੀ ਲੋੜ ਨਹੀਂ ਹੈ, ਆਹ ਫੁਰਨਾ ਫਸਾ ਕੇ ਮੈਨੂੰ 5000 ਸਾਲ ਬਿਠਾਈ ਬੈਠਾ ਇੱਥੇ। ਅੱਜ ਇਹ ਫੁਰਨਾ ਖਤਮ ਹੋ ਗਿਆ, ਹੁਣ ਮੇਰਾ ਸਰੀਰ ਛਡਾ ਦਿਓ। ਚਲੋ ਕਹਿੰਦੇ ਤੇਰੀ ਮਰਜ਼ੀ ਆ ਰਿਸ਼ੀ ਜੀ। ਉਹ ਤੂੰ ਐਂ ਤਾਂ ਦੱਸ ਦੇ ਵੀ ਤੇਰੇ ਸਰੀਰ ਦਾ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਕਿ ਮਿੱਟੀ 'ਚ ਨੱਪੀਏ। ਕਹਿੰਦਾ ਜੀ ਕੁਛ ਨਹੀਂ ਕਰਨਾ, ਇਹ ਸਰੋਵਰ ਦੇ ਵਿਚਾਲੇ ਜੇ ਇੱਕ ਲੰਬੀ ਜੀ ਥਾਂ ਪੱਟ ਦਿਓ ਸਰੀਰ ਜਿੰਨੀ, ਮੈਂ ਉਹਦੇ ਵਿੱਚ ਬੈਠ ਕੇ ਪ੍ਰਾਣ ਤਿਆਗ ਦਿੰਦਾ ਅਤੇ ਤੁਸੀਂ ਉੱਤੇ ਮਿੱਟੀ ਪਾ ਦਿਓ। ਕੋਈ ਸਤਨਾਮ ਸ੍ਰੀ। ਉਹ ਸੰਤੋਖ ਰਿਸ਼ੀ ਦੇ ਵਾਸਤੇ ਫਿਰ ਉਹ ਸਰੋਵਰ ਦੇ ਵਿੱਚੇ ਹੀ ਥੋੜ੍ਹਾ ਹੋਰ ਡੂੰਘਾ ਪੱਟਿਆ ਗਿਆ ਥਾਂ, ਔਰ ਉਹਦੇ ਵਿੱਚ ਬੈਠ ਕਰਕੇ ਸੰਤੋਖ ਰਿਸ਼ੀ ਨੇ ਆਪਣੇ ਸਵਾਸ 10ਵੇਂ ਦੁਆਰ ਰਾਹੀਂ ਕੱਢਤੇ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਪਣਾ ਸਰੀਰ ਤਿਆਗ ਦਿੱਤਾ ਅਤੇ ਉੱਤੇ ਉਸਦੇ ਮਿੱਟੀ ਪਾ ਦਿੱਤੀ ਗਈ। ਕੋਈ ਸਤਨਾਮ ਲੱਭਣਾ ਸੀ ਅੰਮ੍ਰਿਤਸਰ ਵਾਲਾ ਸਰੋਵਰ, ਪਰ ਪਹਿਲਾਂ ਸੰਤੋਖਸਰ ਵਾਲਾ ਸਰੋਵਰ ਪੱਟਿਆ ਗਿਆ। ਉਹ ਸਰੋਵਰ ਸੰਪੂਰਨ ਹੋ ਗਿਆ। ਫਿਰ ਬੀਬੀ ਰਜਨੀ ਕਰਕੇ ਸਰੋਵਰ ਲੰਘਿਆ। ਜਦੋਂ ਇਹ ਸਰੋਵਰ ਲੱਭਿਆ ਤਾਂ ਫਿਰ ਇਹਦੀ ਪਟਾਈ ਸ਼ੁਰੂ ਹੋ ਗਈ। ਜਦੋਂ ਇਹ ਪੂਰਾ ਪੱਟ ਲਿਆ ਨਾ, ਮੀਂਹ ਪੈ ਗਿਆ, ਅਤੇ ਮੀਂਹ ਪੈ ਕੇ 'ਚ ਪਾਣੀ ਦਾ ਭਰ ਗਿਆ। ਤੋ ਸਾਰੀ ਰਾਤ ਮੀਂਹ ਪੈਂਦਾ ਰਿਹਾ, ਇਹ ਪਾਣੀ ਦਾ ਭਰ ਗਿਆ, ਅਤੇ ਦੂਜੇ ਦਿਨ ਇਹ ਸਰੋਵਰ ਖਾਲੀ ਹੋ ਗਿਆ, ਪਾਣੀ ਸਾਰਾ ਥੱਲੇ ਚਲਿਆ ਗਿਆ। ਸਿੱਖ ਸੰਗਤਾਂ ਕਹਿੰਦੀਆਂ ਮਹਾਰਾਜ ਸਰੋਵਰ 'ਚ ਤਾਂ ਪਾਣੀ ਨਹੀਂ ਖੜਦਾ ਗਾ, ਰਾਤ ਮੀਂਹ ਪਿਆ ਸੀ, ਤੜਕੇ ਸਾਰਾ ਸੁੱਕ ਗਿਆ। ਬਾਬਾ ਜੀ ਕਹਿੰਦੇ ਭੁੱਖਾ ਹੈ ਭੁੱਖਾ, ਇਹਨੂੰ ਸੰਤੋਖ ਨਹੀਂ ਹੈਗਾ। ਫਿਰ ਹੁਣ ਕੀ ਕਰੀਏ ਮਹਾਰਾਜ? ਕਹਿੰਦੇ ਜਿਹੜੀ ਸੰਤੋਖਸਰ ਸਰੋਵਰ ਦੀ ਮਿੱਟੀ ਪੱਟ ਕੇ ਰੱਖੀ ਹੈ ਸਾਈਡਾਂ 'ਤੇ, ਉਹ ਇਹ ਵਿੱਚ ਲਿਆ ਕੇ 4-4 ਉਂਗਲਾਂ ਵਿਛਾ ਦਿਓ। ਕੋ ਸਤਨਾਮ ਸ੍ਰੀ। ਸੰਤੋਖਸਰ ਸਰੋਵਰ ਦੀ ਪੱਟੀ ਹੋਈ ਮਿੱਟੀ ਫਿਰ ਅੰਮ੍ਰਿਤਸਰ ਵਾਲੇ ਸਰੋਵਰ ਦੇ, ਹਰਿਮੰਦਰ ਸਾਹਿਬ ਵਾਲੇ ਸਰੋਵਰ ਦੇ ਵਿੱਚ ਵਿਛਾਈ ਗਿੱਠ ਗਿੱਠ, ਅਤੇ ਫਿਰ ਜਦੋਂ ਉਹਦੇ ਵਿੱਚ ਪਾਣੀ ਛੱਡਿਆ ਗਿਆ ਅਤੇ ਫਿਰ ਪਾਣੀ ਥੱਲੇ ਨਹੀਂ ਗਿਆ। ਕੋ ਸਤਨਾਮ ਸ੍ਰੀ। ਤੋ ਖੈਰ ਆਪਾਂ ਕੀ ਗੱਲ ਕਰ ਰਹੇ ਸੀਗੇ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਕੀ ਕਹਿੰਦਾ ਹੈ, ਉਹ ਅਗੰਮ ਅਮਾਓ ਜਿਹੜਾ ਪਰੇ ਤੋਂ ਪਰੇ ਹੈ, ਜਿਹੜਾ ਮਿਣਿਆ ਤੋਲਿਆ ਨਹੀਂ ਜਾ ਸਕਦਾ। ਪਰਿਪੂਰਨ ਪਰਮੇਸ਼ਰ ਪਰਮਾਤਮਾ ਅਗਿਆਨ ਵਿਨਾਸ਼ਨ, ਸਾਡੇ ਅਗਿਆਨਤਾ ਨੂੰ ਖਤਮ ਕਰਨ ਵਾਲਾ, ਅਗਿਆਨਤਾ ਦੇ ਹਨੇਰੇ ਨੂੰ ਚੱਕਣ ਵਾਲਾ, ਗਿਆਨ ਦੇਣ ਵਾਲਾ ਜਦੋਂ ਬ੍ਰਹਮ ਗਿਆਨ ਦਿੰਦਾ ਹੈ, ਫਿਰ ਉਹਨਾਂ ਨੂੰ ਸੰਸਾਰ ਤੀਹੋ ਕਾਲ ਝੂਠ ਲੱਗਦਾ ਹੈ। ਕੋ ਜਿੰਨਾ ਚਿਰ ਨਹੀਂ ਦੇਖਦਾ ਓਨਾ ਚਿਰ ਸੱਚਾ ਲੱਗਦਾ। ਸੁਪਨੇ ਵਿੱਚ ਸੁਪਨਾ ਸੱਚਾ ਲੱਗਦਾ ਹੈ, ਜਾਗਣ ਤੋਂ ਬਾਅਦ ਉਹ ਵੀ ਝੂਠਾ ਲੱਗਦਾ। ਖੈਰ ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਆਓ ਬੇਨਤੀ ਕਰੀਏ, ਮਨ ਵਿਛੜਿਆ ਹਰ ਮੇਲੀਐ, ਨਾਨਕ ਇਹੋ ਸੁਆਓ। ਸਿੱਖਾਂ ਨੇ ਪੁੱਛਿਆ ਸੀ ਦਿਨ ਰਾਤ ਕੀ ਕਰਨਾ ਚਾਹੀਦਾ ਸਿੱਖ ਨੂੰ? ਕਹਿੰਦੇ ਸਿੱਖ ਦਾ ਇਹੋ ਹੀ ਸੁਆਓ, ਇਹੋ ਹੀ ਕੰਮ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ। ਸਿੱਖ ਦਾ ਇਹੀ ਕੰਮ ਹੈ, ਦਿਨ ਰਾਤ ਇਸ ਵਿਛੜੇ ਹੋਏ ਮਨ ਨੂੰ ਹਰੀ ਦੇ ਨਾਲ ਜੋੜੀਏ। ਮਨ ਵਿਛੜਿਆ ਹਰ ਮੇਲੀਐ, ਨਾਨਕ ਇਹੋ ਸੁਆਓ। ਸੁਆਓ ਹੁੰਦਾ ਕੰਮ, ਸਾਡਾ ਇਹ ਜ਼ਰੂਰੀ ਕੰਮ ਹੈ। ਇੱਕ ਕਹਾਵਤ ਹੈ, ਉਹ ਯਾਰ ਤੂੰ ਵਿਆਹ ਵਿੱਚ ਬੀ ਦਾ ਲੇਖਾ ਨਾ ਪਾ। ਭਾਵ ਕਿਸੇ ਨੇ ਕੋਈ ਲੈਣਾ ਦੇਣਾ, ਉਹਦੇ ਬੱਚੀ ਦਾ ਵਿਆਹ ਧਰਿਆ ਹੋਇਆ, ਉਹ ਲੈਣ ਦੇਣ ਵਾਲਾ ਵਿਆਹ ਦੇ ਵਿੱਚ ਆ ਕੇ ਰੌਲਾ ਪਾਉਂਦਾ, ਅਤੇ ਲੜਕੀ ਦਾ ਬਾਪ ਕਹਿੰਦਾ ਯਾਰ ਵਿਆਹ ਧਰਿਆ ਤੂੰ ਵਿੱਚ ਰੌਲਾ ਨਾ ਪਾ। ਬਾਕੀ ਭਾਵੇਂ ਬਹੁਤ ਸਾਰੇ ਕੰਮ ਅਸੀਂ ਕਰਦੇ ਹਾਂ, ਪਰ ਜ਼ਰੂਰੀ ਕੰਮ ਹੈ ਵਿਆਹ। ਭਾਵ ਜੀਵ ਦਾ ਪਰਮੇਸ਼ਰ ਨਾਲ ਮਿਲਾਉਣਾ। ਕੋ ਸਤਨਾਮ, ਇਹ ਜ਼ਰੂਰੀ ਆ। ਬਾਕੀ ਕੰਮ ਵੀ ਚੱਲਦੇ ਰਹਿਣਗੇ, ਪਰ ਪਰਮੇਸ਼ਰ ਨਾਲ ਮਿਲਣਾ ਵੀ ਜ਼ਰੂਰੀ ਆ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਮਨ ਵਿਛੜਿਆ ਹਰ ਮੇਲੀਐ, ਨਾਨਕ ਇਹੋ ਸੁਆਓ। ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੈ ਪਾਓ। ਤੇ ਸਿੱਖੋ ਉਹਦੇ ਤੁਹਾਡੀ ਕਲਿਆਣ ਹੋ ਜੂਗੀ ਜਿੱਦੇ ਗੁਰੂ ਦੇ ਚਰਨ ਪਰਸ ਲਏ, ਜਿੱਦੇ ਗੁਰੂ ਵਾਲੇ ਬਣ ਗਏ।
जिदे गुरु दे लड़ लग गए, जिदे गुरु की बख्शी अमर की दात प्राप्त कर ली। आ भुच्चो वाले दयाल दास ने जवाब देता सी 10वें पातशाह नूं अमृत छकण तो। भाई भगतू का पोतरा सीगा। ते जदों पातशाह दमदमा साहिब आए तो दयाल दास नूं पता लग्या तो ये भुच्चो तो चल के मिलण वास्ते आया। पुछया भी तू कौन भाई? महाराज जी मैं भाई भगतू का पोतरा। अच्छा, बड़ी खुशी हुई मिल के। ये मसंद भी सीगा, संगतां दी माया इकट्ठी करके लियाउंदा सीगा। ते पातशाह कहंदे आए कर दयालदास हुण तू ना साडे कोलों अमर दी दात लैके सिंह बन जा। कहंदा नहीं जी, जिवें पुराने बजुर्ग साडे चली आउंदे उवें ठीक आ। कहंदे नहीं नहीं, असीं ये जहाज बनाया सिੱਖੀ दा, ये ते सवार हो जा, तेरा लोग ते परलोक सवर जावेगा। ये मसंद पुना छड़ दे हुण तू, असीं मसंदगी बंद करती आ। मसंदा की लोड़ नहीं हुण सिੱਖੀ नूं। वो कहता नहीं जी मैं तो आई ठीक हाँ। पातशाह ने 3-4 बारी कहा, इन्हें जवाब देता। मुड़ के पातशाह इस नूं बुलाउणों हट गए सीगे। फिर गड्ढा लद के राशन का कड़ा प्रसाद का मगर मगर लई फिरदा रहा। पातशाह भुच्चो तो चल के इत्थे आए, इत्थों बठिंडे वाले किले च गए, किले चों मुड़ के वापस चले गए। गड्ढा मगरे मगर कई दिनों का बनाया प्रसादा जां प्रसाद वो गड्ढियां च लद्दिया होया। फिर किते गुरु प्यारिओ इहदे भतीजे राम सिंह ने बेनती की, पातशाह बख्श दिओ, सोडा बच्चा ही आ, यह भी तो गुरु नानक का ही बच्चा। ते ओ राम सिंह होरां दे बेनती करन ते दयाल दास नूं माफ़ कीता सीगा। महाराज ये लंगर लई फिरदा मगल कई दिनों का बनाया होया ते वो छकाउणा संगत नूं। कहंदे छका दिओ। छकाउण लगे तो लंगर दे विच गुरु प्यारिओ कहंदे किरम चल गए, कीड़े पै गए, भाव खाण जोग ना रहा। तो सारे कहंदे ये तो खराब हो गया। कहंदे खराब हो गया, विखाओ तो लिया के मैनू। वो कड़ा प्रसाद का गफ्फा लिया तो पातशाह ने गोला बट्टिया हाथ उत्ते, तो हाथे वट के कहंदे तो बहुत स्वाद बनया बई, जाओ आ बिच पा दिओ, ठीक हो जूगा। वो बिच पाया तो लंगर दोबारा फिर ठीक हो गया। पहला पातशाह ने छकिया तो फिर संगत नूं छकाता। इस करके गुरु की गल मननी पैनी आ। सर्व कल्याणा तित दिन, उदे कल्याण होनी आ जिदे गुरु वाले बन गए। हर परसी गुर के पाओ, जिदे गुरु के चरण फड़ ले। सिखा ने पूछा जी सिख नूं दिन रात की करना चाहिए है? कहते गुरु वाले बन के गुरु की कृपा लैके दिन रात उसका नाम जपना चाहिए। खैर इसी पवित्र शब्द की विचार अगे वार माज की, भाव माज राग दे सारे शब्द संपूर्ण होए, अगे वार चल पई आ। माज राग की वार शुरू हो गई है और ये धुनी चढ़ाई है ये उत्ते। मलक मरीद तथा चंद्रहड़ा सोहियां की धुनी गावनी। ये जड़ियाँ धुनियाँ चढ़ाइयाँ ये 6वें पातशाह ने चढ़ाइयाँ जो ढाडी आए गुरु घर दे विच। जो ढाडियां नूं ऐड किया ना, फिर इन्हां वारां नूं भी सरंगी दे नाल गाया। गाउणा किवें आ? 6वें पातशाह कहंदे इस नूं इन्हां दी तर्ज ते गाओ। खैर ये विचार आपां कल नूं सरवण करांगे। हुण इत्थे रोकण दी आग्या बख्शो। बोलदियां ने आखर बाद घाट हो जांदे। सिख संगतां दे सतगुरु बख्शण जोग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।